ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਸਤਿੰਦਰ ਵਿਰਕ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਕੇਅਰ ਏਸ਼ੀਆ ਟੀਵੀ ਵੱਲੋਂ। ਤੇ ਅੱਜ ਆਪਾਂ ਇੱਕ ਨੈਚੁਰਲ ਹੈਲਥ ਸਾਇੰਸ ਦਾ ਸੈਮੀਨਾਰ ਜਿਹੜਾ ਕਿ ਮੋਗਾ ਵਿਖੇ ਕਰਵਾਇਆ ਜਾ ਰਿਹਾ ਜੀ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ, ਜਿਨ੍ਹਾਂ ਦੇ ਸੰਸਥਾਪਕ ਨੇ ਆਪ ਸਭ ਨੇ ਪਹਿਲਾਂ ਜਿੰਨੀਆਂ ਵੀਡੀਓਜ਼ ਵਗੈਰਾ ਦੇ ਵਿੱਚ ਦੇਖਿਆ ਹੈ ਨਾ, ਡਾਕਟਰ ਵਿੰਦਰ ਸਿੰਘ ਭੁੱਲਰ ਸਾਹਿਬ। ਉਹਨਾਂ ਦੀ ਦੇਖ ਰੇਖ ਦੇ ਵਿੱਚ ਅੱਜ ਬਹੁਤ ਵੱਡਾ ਸੈਮੀਨਾਰ ਜਿਹੜਾ ਕਰਵਾਇਆ ਜਾ ਰਿਹਾ। ਸੋ ਸੈਮੀਨਾਰ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਆਪਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਵਾਂਗੇ। ਵੱਖ-ਵੱਖ ਤਰ੍ਹਾਂ ਦੇ ਐਕਸਪੀਰੀਅੰਸ, ਕਿਵੇਂ ਲੋਕੀ ਠੀਕ ਹੋਏ ਤੇ ਠੀਕ ਹੋਣ ਤੋਂ ਮਗਰੋਂ ਕਿਵੇਂ ਜੁੜੇ ਤੇ ਕਿਵੇਂ ਉਹਨਾਂ ਨੇ ਜੁੜ ਕੇ ਆਪਣੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਖੁਦ ਆਪਣੇ ਹੱਥੀਂ ਖੁਦ ਕੀਤਾ, ਆਪਣੇ ਕਾਜ ਆਪ ਸਵਾਰੀਏ, ਜਿਵੇਂ ਕਿ ਭੁੱਲਰ ਸਾਹਿਬ ਦਾ ਨੋਰਮਲੀ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਆ ਉਵੇਂ। ਸੋ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ। ਸੋ ਜਿਹੜਾ ਸੈਮੀਨਾਰ ਮੈਨੂੰ ਲੱਗਦਾ ਕਿ ਥੋੜ੍ਹੇ ਕੁ ਟਾਈਮ ਤੱਕ ਖਤਮ ਹੋਣ ਜਾ ਰਿਹਾ। ਉਸ ਤੋਂ ਬਾਅਦ ਆਪਾਂ ਵੱਖ-ਵੱਖ ਤਰ੍ਹਾਂ ਦੇ ਐਕਸਪੀਰੀਅੰਸ ਜਿਹੜੇ ਲੋਕਾਂ ਨੇ ਇੱਥੋਂ ਅੱਜ ਸਿੱਖੇ ਨੇ ਜਾਂ ਇਸ ਤੋਂ ਪਹਿਲਾਂ ਦੇ ਜਿਹੜੇ ਸੈਮੀਨਾਰ, ਨੈਸ਼ਨਲ ਸੈਮੀਨਾਰ ਅਟੈਂਡ ਕਰਕੇ ਉਹਨਾਂ ਨੇ ਸਿੱਖੇ ਨੇ, ਉਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਵਾਂਗੇ ਉਹਨਾਂ ਦੀਆਂ। ਸੋ ਤੁਸੀਂ ਜੁੜੇ ਰਹੋ, ਸਟੇ ਟਿਊਨਡ, ਕੇਅਰ ਏਸ਼ੀਆ ਟੀਵੀ ਪੰਜਾਬ। ਸੋ ਆਜੋ ਜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਮੈਨੂੰ ਲੱਗਦਾ ਕਿ ਸੈਮੀਨਾਰ ਤਕਰੀਬਨ ਖਤਮ ਹੋ ਗਿਆ। ਸੋ ਆਜੋ ਦੇਖਦੇ ਹਾਂ ਵੱਖ-ਵੱਖ ਜਿਹੜੇ ਪੇਸ਼ੈਂਟ ਵਗੈਰਾ ਜਿਹੜੇ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਤੁਸੀਂ ਇੱਥੇ ਸਟਾਫ 'ਚੋਂ ਜਾਂ ਸੈਮੀਨਾਰ ਅਟੈਂਡ ਕਰਨ ਆਏ ਹੋ? ਆਪ ਜੀ ਇੱਧਰ ਆਜੋ ਥੋੜ੍ਹਾ। ਨਹੀਂ ਜੀ, ਮੈਂ ਸੈਮੀਨਾਰ ਅਟੈਂਡ ਕਰਨ ਆਇਆ ਸੀਗਾ। ਮੈਂ ਕੁਝ ਸਮੇਂ ਤੋਂ ਡਾਕਟਰ ਭੁੱਲਰ ਸਾਹਿਬ ਦੀਆਂ ਵੀਡੀਓ YouTube ਤੇ ਦੇਖਦਾ ਸੀਗਾ। ਅੱਛਾ। ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਪਤਾ ਲੱਗਿਆ ਕਿ ਅੱਜ ਮੋਗੇ ਦੇ ਵਿੱਚ ਸੈਮੀਨਾਰ ਲਾ ਰਹੇ ਨੇ ਨੈਚੁਰਲ ਸਾਇੰਸ ਦਾ। ਤੇ ਚਲੋ ਮੈਨੂੰ ਸ਼ੌਕ ਜਾਗਿਆ, ਮੈਂ ਕਿਹਾ ਚੱਲ ਦੇਖ ਕੇ ਆਈਏ। ਪਰ ਇੱਥੇ ਆ ਕੇ ਮੇਰੀ ਤਾਂ ਹੈਰਾਨਗੀ ਦੀ ਹੱਦ ਹੀ ਨਹੀਂ ਰਹੀ ਕੋਈ, ਜਦੋਂ ਡਾਕਟਰ ਸਾਹਿਬ ਨੇ ਜਾਂ ਹੋਰਾਂ ਨੇ ਸਮਝਾਇਆ ਕਿ ਇੱਕ ਗੋਲੀ ਜਿਹੜੀ ਆਪਾਂ ਲੈ ਲੈਂਦੇ ਨਾ, ਕੋਈ ਗੋਲੀ ਦਰਦ ਦੇ ਵਾਸਤੇ, ਉਹ ਸਾਨੂੰ ਕਿੱਥੋਂ ਤੱਕ ਪਹੁੰਚਾ ਦਿੰਦੀ ਹੈ। ਇੱਕ ਗੋਲੀ ਆ ਜੀ ਜਿਹੜੀ ਆਪਾਂ ਨੂੰ ਪਤਾ ਕਿ ਉਹ ਬੰਦੇ ਨੂੰ ਤਾਂ ਤੱਕ ਪਹੁੰਚਾ ਦਿੰਦੀ ਆ। ਹੁਣ ਇਹ ਜਿਹੜੀ ਗੋਲੀ ਦੀ ਗੱਲ ਕਰ ਰਿਹਾ, ਇਹ ਗੋਲੀ ਹੈਗੀ ਆ ਜੀ ਜਿਹੜੀ ਸਿਹਤ ਨਾਲ ਸੰਬੰਧਿਤ, ਜਿਵੇਂ ਕਿ ਬਹੁਤ ਸਾਰੀਆਂ ਦਵਾਈਆਂ ਸਾਨੂੰ ਮੈਡੀਕਲ ਸਟੋਰ ਤੋਂ ਮਿਲਦੀਆਂ ਨੇ। ਸੋ ਉਹਨਾਂ ਦੇ ਨਾਲ ਸੰਬੰਧਿਤ ਹੀ ਹੈ। ਹਾਂਜੀ, ਮੈਂ ਉਸੇ ਖੁਰਾਕ ਦੀ ਗੱਲ ਕਰਦਾ। ਜਿਵੇਂ ਪਿੰਡਾਂ 'ਚ ਸਿਰ ਦੁਖਣ ਲੱਗ ਗਿਆ ਜਾਂ ਢਿੱਡ ਦੁਖਣ ਲੱਗ ਗਿਆ, ਆਪਾਂ ਜਾ ਕੇ ਡਾਕਟਰ ਤੋਂ ਖੁਰਾਕ ਲੈ ਆਉਂਦੇ ਹਾਂ। ਉਹ ਇੱਕ ਖੁਰਾਕ ਲੈਣੀ ਹੀ ਸ਼ੂਗਰ ਵੀ ਵਧਾ ਦਿੰਦੀ, ਸਾਡਾ ਬਲੱਡ ਪ੍ਰੈਸ਼ਰ ਤੱਕ ਵਧਾ ਦਿੰਦੀ ਹੈ। ਇੱਥੇ ਆ ਕੇ ਤਾਂ ਮੇਰਾ ਦਿਮਾਗ ਹੀ ਖੁੱਲ੍ਹ ਗਿਆ। ਮੈਂ ਕਿਹਾ ਅਸੀਂ ਕਿੱਥੇ ਫਿਰਦੇ ਹਾਂ, ਕੀ ਸਾਨੂੰ ਕਰਨਾ ਚਾਹੀਦਾ ਤੇ ਅਸੀਂ ਕੀ ਕਰ ਰਹੇ ਹਾਂ। ਅੱਛਾ ਜੀ। ਠੀਕ ਹੈ, ਅੱਜ ਤੋਂ ਬਾਅਦ ਮੈਂ ਤਾਂ ਕੰਨਾਂ ਨੂੰ ਹੱਥ ਲਾ ਲਿਆ ਕਿ ਗੋਲੀ ਭਾਵੇਂ ਦਰਦ ਹੁੰਦਾ ਹੋਵੇ, ਗੋਲੀ ਨਹੀਂ ਲੈਣੀ, ਪਰ ਇਹਨਾਂ ਦੇ ਮੁਤਾਬਿਕ ਹੀ ਚੱਲਣਾ। ਸਰ ਜੇ ਆਪਾਂ ਇਹਨਾਂ ਦੇ ਜਿਹਨੇ ਇੰਸਟਰਕਸ਼ਨ ਨੇ ਡਾਕਟਰ ਭੁੱਲਰ ਸਾਹਿਬ, ਜਿਵੇਂ ਕਿ ਆਪਣੀਆਂ ਵੀਡੀਓਜ਼ ਦੇ ਵਿੱਚ ਦੱਸਦੇ ਨੇ ਜਾਂ ਜੋ ਵੀ ਇਹਨਾਂ ਦੇ ਆਪਣਾ ਸੈਮੀਨਾਰ ਦੇ ਵਿੱਚ ਜਾਣਕਾਰੀਆਂ ਮਿਲਦੀਆਂ, ਉਹਨਾਂ ਦੇ ਮੁਤਾਬਕ ਇਹ ਆ ਕਿ ਉਹ ਜਿਹੜੀ ਕੋਈ ਵੀ ਕੁਦਰਤੀ ਤਰੀਕੇ ਨਾਲ ਜਿਹੜਾ ਇਲਾਜ ਆ ਉਹਨੂੰ ਜ਼ਿਆਦਾ ਉਹ ਪ੍ਰੈਫਰ ਕਰਦੇ ਨੇ ਕਿ ਤੁਸੀਂ ਨੈਚੁਰਲ ਹੈਲਥ ਸਾਇੰਸ ਨਾਲ ਜੁੜ ਕੇ ਆਪਦੀ ਬਿਮਾਰੀ ਦਾ ਇਲਾਜ ਖੁਦ ਕਰੋ। ਤੇ ਕੁਝ ਇਹਨਾਂ ਦੇ ਨਾਲ ਸੰਬੰਧਿਤ ਕੁਝ ਤੁਹਾਨੂੰ ਜਾਣਕਾਰੀ ਜਿਹੜੀ ਅੱਜ ਸਿੱਖਣ ਨੂੰ ਮਿਲੀ? ਹਾਂਜੀ ਹਾਂਜੀ, ਮੈਨੂੰ ਇਹ ਪ੍ਰਭਾਵ ਮਿਲਿਆ ਕਿ ਮੈਂ ਨਹੀਂ ਇਕੱਲਾ ਨਹੀਂ ਕਹਿੰਦਾ, ਮੈਂ ਸਾਰਿਆਂ ਨੂੰ ਹੀ, ਸਾਨੂੰ ਸਾਰਿਆਂ ਨੂੰ ਹੀ ਨੈਚੁਰਲ ਸਾਇੰਸ ਨਾਲ ਜੁੜਨਾ ਚਾਹੀਦਾ ਹੈਗਾ ਔਰ ਕੁਦਰਤ ਨਾਲ ਜੁੜਨਾ ਚਾਹੀਦਾ। ਇੱਥੋਂ ਤੱਕ ਕਿ ਅੱਜ ਤੱਕ ਕਹਿੰਦੇ ਕੁਦਰਤੀ ਖੇਤੀ ਵੀ ਕਰਨੀ ਚਾਹੀਦੀ ਹੈ, ਜੜੀਆਂ ਬੂਟੀਆਂ ਉਗਾਉਣੀਆਂ ਚਾਹੀਦੀਆਂ ਹੈਗੀਆਂ। ਪਹਿਲਾਂ ਦੱਸਦੇ ਹੁੰਦੇ ਸੀ ਬਜ਼ੁਰਗ ਕਿ ਅਸੀਂ ਤਾਂ ਹਲਦੀ ਨਾਲ ਹੀ ਆਰਾਮ ਕਰ ਲੈਂਦੇ ਸੀ, ਹਲਦੀ ਵਾਲਾ ਦੁੱਧ ਪੀ ਲੈਂਦੇ ਸੀ, ਪਰ ਆਪਾਂ ਉਹਨਾਂ ਚੀਜ਼ਾਂ ਤੋਂ ਅੱਜ ਕੱਲ੍ਹ ਦੂਰ ਹੁੰਦੇ ਜਾ ਰਹੇ ਹਾਂ। ਜਿਵੇਂ ਕਿ ਆਪਾਂ ਨੈਚੁਰਲ ਰੈਮਡੀਜ਼ ਆਪਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਘਰੇਲੂ ਉਪਾਅ ਦੇ ਵਿੱਚ ਆਉਂਦਾ ਜੀ, ਕਿ ਆਪਾਂ ਕੋਈ ਵੀ ਸੱਟ ਲੱਗ ਜਾਣੀ, ਪਹਿਲਾਂ ਕਿਸੇ ਦਾ ਗੋਡਾ ਦੁਖਦਾ ਜੀ, ਕੋਈ ਸੱਟ ਲੱਗ ਗਈ ਆ, ਕੋਈ ਗਰਾਊਂਡ ਦੇ ਵਿੱਚ ਕਿਸੇ ਭਲਵਾਨੀ ਕਰਦੇ ਆ ਜਾਂ ਕੋਈ ਵੀ ਮਿਹਨਤ ਮਸ਼ੱਕਤ ਕਰਦੇ ਆ, ਤਾਂ ਉਦੋਂ ਆਪਾਂ ਹਲਦੀ ਪਾ ਕੇ ਦੁੱਧ ਜਿਹੜਾ ਉਹ ਪੀ ਲੈਂਦੇ ਸੀ, ਅਤੇ ਜਿਹਦੇ ਨਾਲ ਇਮੀਡੀਏਟਲੀ ਮਤਲਬ ਬਹੁਤ ਜਲਦੀ ਜਿਹੜਾ ਆਰਾਮ ਜਿਹੜਾ ਸਾਨੂੰ ਉਹ ਮਿਲਦਾ ਸੀ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ, ਆਪ ਜੀ ਨੇ ਅੱਜ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਅੱਜ। ਹਾਂਜੀ ਸ਼ੁਕਰੀਆ ਜੀ, ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ। ਸੋ ਇਹ ਸੀ ਜੀ ਪ੍ਰੀਤਮ ਸਿੰਘ ਜੀ, ਜਿਨ੍ਹਾਂ ਨੇ ਬਹੁਤ ਬਰੀਕ ਜਾਣਕਾਰੀਆਂ ਜਿਹੜੀਆਂ ਇਹਨਾਂ ਨੇ ਆਪਣੇ ਜਵਾਨੀ ਵੇਲੇ ਜਾਂ ਆਪਣੇ ਦਾਦੀ ਜੀ ਤੋਂ ਦਾਦਾ ਜੀ ਤੋਂ ਜਿਹੜੀਆਂ ਗ੍ਰਹਿਣ ਕੀਤੀਆਂ ਸੀ, ਉਹ ਇਹਨਾਂ ਨੇ ਅਪਡੇਟ ਕੀਤੀਆਂ ਕਿ ਅੱਛਾ ਇਹ ਸੈਮੀਨਾਰ ਦੇ ਵਿੱਚ ਤਾਂ ਉਹੀ ਚੀਜ਼ਾਂ ਸਿਖਾਈਆਂ ਜਾ ਰਹੀਆਂ ਜਿਹੜੀਆਂ ਅਸੀਂ ਕਿਤੇ ਨਾ ਕਿਤੇ ਪੁਰਾਣੇ ਸਮੇਂ 'ਚ ਵਿਸਾਰ ਚੁੱਕੇ ਹਾਂ। ਸੋ ਇੱਦਾਂ ਹੀ ਆਪਾਂ ਨਵੇਂ ਐਕਸਪੀਰੀਅੰਸ ਜਿਹੜੇ ਅੱਜ ਸੈਮੀਨਾਰ ਅਟੈਂਡ ਕਰਨ ਤੋਂ ਬਾਅਦ ਜਿਹੜੇ ਵੀ ਇੱਥੇ ਦਰਸ਼ਕ ਆਏ ਨੇ, ਦਰਸ਼ਕ ਬਣ ਤੋਂ ਮਗਰੋਂ ਇੱਥੇ ਜੁੜੇ ਨੇ ਸੈਮੀਨਾਰ ਦੇ ਨਾਲ, ਤੇ ਉਹਨਾਂ ਤੋਂ ਆਪਾਂ ਲਵਾਂਗੇ। ਸੋ ਆਜੋ ਕਰਦੇ ਹਾਂ ਗੱਲ। ਭਾਈ ਸਤਿ ਸ਼੍ਰੀ ਅਕਾਲ ਜੀ। ਭਾਜੀ ਆਪ ਜੀ ਦਾ ਨਾਮ? ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ। ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ ਜੀ, ਆਪ ਜੀ ਇੱਥੇ ਸੈਮੀਨਾਰ ਅਟੈਂਡ ਕਰਨ ਆਏ ਹੋ ਜੀ। ਨੈਸ਼ਨਲ ਸੈਮੀਨਾਰ ਇਹਨੂੰ ਕਿਉਂ ਕਹਿ ਰਹੇ ਨੇ?
ਸਰ ਇੱਥੇ ਹਰ ਇੱਕ ਰੋਗ ਜਿੰਨੀਆਂ ਵੀ ਬਿਮਾਰੀਆਂ ਚੱਲ ਰਹੀਆਂ ਨੇ ਹਰ ਇੱਕ ਰੋਗ ਨੂੰ ਲੈ ਕੇ ਇੱਥੇ ਸਿਖਾਇਆ ਜਾ ਰਿਹਾ ਪੜ੍ਹਾਇਆ ਜਾ ਰਿਹਾ ਔਰ ਅਲੱਗ-ਅਲੱਗ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਲੋਕ ਆਣ ਕੇ ਇਸ ਸੈਮੀਨਾਰ ਨੂੰ ਅਟੈਂਡ ਕਰ ਰਹੇ ਨੇ ਔਰ ਅਟੈਂਡ ਕਰਨ ਦੇ ਪਿੱਛੇ ਮਕਸਦ ਇੱਕੋ ਹੀ ਹੈ ਕਿ ਜੋ ਅਲਾਮਤਾਂ ਜੋ ਬਿਮਾਰੀਆਂ ਸਾਡੇ ਘਰਾਂ 'ਚ ਸੀ ਅਸੀਂ ਬਹੁਤ ਲੰਬਾ ਸਮਾਂ ਗੋਲੀਆਂ ਦਵਾਈਆਂ ਇੰਜੈਕਸ਼ਨਾਂ ਦੇ ਨਾਲ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਸੀ ਅੱਜ ਉਹ ਅਸੀਂ ਗਿਆਨ ਨਾਲ ਠੀਕ ਕਰਾਂਗੇ। ਅੱਛਾ ਅੱਛਾ, ਇਹ ਗਿਆਨ ਦੀ ਕਲਾਸ ਆ। ਨੈਚੁਰਲ ਹੈਲਥ ਸਾਇੰਸ ਤੇ ਮਤਲਬ ਥੋੜਾ ਜਿਹਾ ਚਾਨਣਾ ਪਾਓ ਕਿ ਇਹ ਕਿੰਨਾ ਵੱਲੋਂ ਸ਼ੁਰੂ ਕੀਤੀ ਗਈ ਹੈ ਜੀ ਤੇ ਇਹ ਹੈ ਕੀ ਅਸਲ ਦੇ ਵਿੱਚ? ਨੈਚੁਰਲ ਹੈਲਥ ਸਾਇੰਸ ਜਿਹੜੀ ਹੈ ਇਹ ਯੁੱਗਾਂ ਤੋਂ ਸਾਡੇ ਸਮਾਜ ਦੇ ਵਿੱਚ ਸੀ ਬਟ ਇਸ ਮੌਕੇ ਨੈਚੁਰਲ ਹੈਲਥ ਸਾਇੰਸ ਨੂੰ ਪ੍ਰਮੋਟ ਨਾ ਕਰਨ ਦੀ ਵਜ੍ਹਾ ਕਰਕੇ ਇਹ ਅਲੋਪ ਹੋ ਰਹੀ ਸੀਗੀ। ਜਿਵੇਂ ਕਿ ਨੈਚੁਰਲ ਹੈਲਥ ਸਾਇੰਸ ਦੇ ਵਿੱਚ ਤੁਸੀਂ ਮਿੱਟੀ ਨਾਲ ਇਲਾਜ ਕਰ ਸਕਦੇ ਹੋ। ਨੈਚੁਰਲ ਹੈਲਥ ਮਿੱਟੀ ਖਾਣ ਨਾਲ ਤਾਂ ਜੀ ਆਪਾਂ ਦੇਖਦੇ ਹੁੰਦੇ ਸੀ ਕਿ ਬੱਚਾ ਬਿਮਾਰ ਹੋ ਜਾਂਦਾ ਤੇ ਆਮ ਆਪਾਂ ਡਾਕਟਰਾਂ ਦੀ ਉੱਥੇ ਦਵਾਈਆਂ ਲੈਂਦੇ ਸੀ, ਪਰ ਇੱਕ ਨਵੀਂ ਆਧੁਨਿਕ ਜਾਣਕਾਰੀ ਸਾਨੂੰ ਮਿਲੀ ਹੈ ਕਿ ਮਿੱਟੀ ਦੇ ਨਾਲ ਇਲਾਜ ਵੀ ਹੁੰਦਾ। ਸੋ ਆਪਾਂ ਜਾਣਨਾ ਚਾਹਾਂਗੇ ਕਿ ਮਿੱਟੀ ਦੇ ਨਾਲ ਇਲਾਜ ਕਿੱਦਾਂ ਹੁੰਦਾ ਜੀ? ਮਿੱਟੀ ਦੇ ਨਾਲ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ ਕਿ ਜਦੋਂ ਸਾਡੇ ਬੱਚੇ ਸਾਡੇ ਬਜ਼ੁਰਗ ਪਿਛਲੇ ਬਜ਼ੁਰਗ ਜਿਹੜੇ ਸੀਗੇ ਉਹ ਮਿੱਟੀ ਦੇ ਵਿੱਚ ਕੰਮ ਕਰਦੇ ਸੀਗੇ, ਬਹੁਤ ਸਾਰੀਆਂ ਐਕਟੀਵਿਟੀਆਂ ਮਿੱਟੀ ਦੇ ਨਾਲ ਜੁੜ ਕੇ ਹੁੰਦੀਆਂ ਸੀਗੀਆਂ ਤਾਂ ਉਹਦੇ ਨਾਲ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਐਲਰਜੀ ਕਿਸੇ ਤਰ੍ਹਾਂ ਦੀ ਪ੍ਰੋਬਲਮਸ ਨਹੀਂ ਸੀ ਔਰ ਮਿੱਟੀ ਦੇ ਨਾਲ ਸਾਡੀ ਹੱਡੀ ਦੇ ਸੈੱਲ ਜਿਹੜੇ ਉਹ ਬਣਦੇ ਨੇ। ਬਟ ਅੱਜ ਸਾਡੇ ਘਰਾਂ ਦੇ ਵਿੱਚ ਉਹ ਮਿੱਟੀ ਜਿਹੜੀ ਆ ਉਹ ਆਪਾਂ ਖਤਮ ਕਰ ਦਿੱਤੀ ਆ। ਅੰਦਰ ਤੋਂ ਲੈ ਕੇ ਬਾਹਰਲੇ ਗੇਟ ਤੱਕ ਅਸੀਂ ਜਿਹੜਾ ਉਹ ਪੱਥਰ ਲਗਾ ਦਿੱਤਾ ਹੈ ਜਿਹਦੇ ਨਾਲ ਮਿੱਟੀ ਤੋਂ ਅਟੈਚਮੈਂਟ ਸਾਡੀ ਟੁੱਟ ਚੁੱਕੀ ਆ ਔਰ ਸਾਡੀ ਸਭ ਤੋਂ ਪਹਿਲੇ ਨੰਬਰ ਤੇ ਹੱਡੀ ਕਮਜ਼ੋਰ ਹੋ ਰਹੀ ਹੈ। ਅੱਜ ਤੁਸੀਂ ਦੇਖੋਗੇ ਕਿ ਮਿੱਟੀ ਦੇ ਨਾਲ ਨਾ ਜੁੜਨ ਕਰਕੇ ਅੱਜ ਛੋਟੇ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਨੇ, ਵੀਕ ਨੇ ਔਰ ਸਾਨੂੰ ਮਿੱਟੀ ਦੇ ਵਿੱਚੋਂ ਹੱਡੀ ਨੂੰ ਬਣਨ ਵਾਲੇ ਸੈੱਲ ਦੀ ਜਿਹੜੀ ਖੁਰਾਕ ਸੀਗੀ ਉਹ ਮਿਲਦੀ ਸੀਗੀ। ਸੋ ਇਸੇ ਤਰ੍ਹਾਂ ਪਾਣੀ ਦੇ ਨਾਲ ਇਲਾਜ ਕੀਤਾ ਜਾ ਰਿਹਾ, ਇਸੇ ਤਰ੍ਹਾਂ ਸਾਡੇ ਖਾਣ ਪਾਣ ਨੂੰ ਦੇ ਵਿੱਚ ਬਦਲਾਵ ਕਰਕੇ ਇਲਾਜ ਕੀਤਾ ਜਾ ਰਿਹਾ। ਸੋ ਇਹ ਸਾਰੀ ਨੈਚੁਰਲ ਹੈਲਥ ਸਾਇੰਸ ਹੈ ਜਿਹੜੀ ਸਾਨੂੰ ਪਤਾ ਨਹੀਂ ਸੀਗੀ, ਜਿਹੜੀ ਅਲੋਪ ਸੀਗੀ ਔਰ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਡਾਕਟਰ ਵਰਿੰਦਰ ਭੁੱਲਰ ਜੀ ਨੇ ਇਹ ਇੱਕ ਨਵਾਂ ਤਰੀਕਾ, ਇੱਕ ਨਵਾਂ ਜ਼ਰੀਆ, ਇੱਕ ਨਵਾਂ ਪਲੇਟਫਾਰਮ ਦਿੱਤਾ ਜਿੱਥੇ ਅਸੀਂ ਪੇਸ਼ੈਂਟ ਨੂੰ ਨੈਚੁਰਲ ਹੈਲਥ ਸਾਇੰਸ ਪੜ੍ਹਾ ਰਹੇ ਹਾਂ ਔਰ ਉਹਨੂੰ ਉਹਦੇ ਰੋਗ ਪ੍ਰਤੀ ਕਿਹੜੇ ਅਨਾਜ ਦੇ ਵਿੱਚ ਤੁਸੀਂ ਬਦਲਾਵ ਕਰਨਾ ਹੈ। ਜਿਵੇਂ ਕਣਕ ਔਰ ਚਾਵਲ ਅਸੀਂ ਲੰਬੇ ਸਮੇਂ ਤੋਂ ਲੈ ਰਹੇ ਹਾਂ, ਜਦੋਂ ਦਾ ਸਾਡੇ ਘਰਾਂ ਦੇ ਵਿੱਚ ਆਇਆ ਹੈ ਉਦੋਂ ਦੀਆਂ ਬਿਮਾਰੀਆਂ ਵੀ ਵਧੀਆਂ ਨੇ ਔਰ ਉਹਦੇ ਅਲਟਰਨੇਟਿਵ ਅਗਰ ਤੁਸੀਂ ਮਿਲਟਸ ਨੂੰ ਐਡ ਕਰਦੇ ਹੋ ਆਪਣੇ ਫੂਡ ਦੇ ਵਿੱਚ ਤਾਂ ਉਹਦੇ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ। ਈਵਨ ਕਿ ਕੈਂਸਰ ਤੱਕ ਦੇ ਰੋਗ ਵੀ ਮਿਲਟਸ ਦੀ ਡਾਈਟ ਨੂੰ ਲੈਣ ਦੇ ਨਾਲ ਜਿਹੜਾ ਉਹ ਕਿਉਰ ਹੋ ਰਿਹਾ। ਸੋ ਇਹ ਸਾਰੀ ਨੈਚੁਰਲ ਹੈਲਥ ਸਾਇੰਸ ਦਾ ਹੀ ਜਿਹੜਾ ਪ੍ਰਤਾਪ ਹੈ ਜਿਹਦੇ ਨਾਲ ਕਿ ਅੱਜ ਸਮੱਸਿਆਵਾਂ ਦਾ ਹੱਲ ਹੋ ਰਿਹਾ। ਅੱਛਾ, ਤੁਸੀਂ ਮਤਲਬ ਇਹ ਕਹਿ ਰਹੇ ਹੋ ਕਿ ਜਿਹੜੇ ਦਾਦੀ ਨਾਨੀ ਦੇ ਜਿਹੜੇ ਘਰੇਲੂ ਉਪਾਅ ਹੁੰਦੇ ਸੀ ਉਹਨਾਂ ਨੂੰ ਆਧੁਨਿਕ ਤਰੀਕੇ ਮਤਲਬ ਆਧੁਨਿਕ ਯੁੱਗ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਪੇਸ਼ ਕਰਕੇ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਕੇ ਜਿਹੜੇ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਨੂੰ ਟੈਕਲ ਕਰ ਰਹੇ ਹੋ ਤੁਸੀਂ ਤੇ ਉਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਰਿਜ਼ਲਟ ਵੀ ਲੈ ਰਹੇ ਹੋ। ਬਿਲਕੁਲ ਜੀ, ਬਿਲਕੁਲ ਜੋ ਕਿ ਜਿਵੇਂ ਤੁਸੀਂ ਦੱਸਿਆ ਨਾਨੀ ਦਾਦੀ ਦੇ ਜਿਹੜੇ ਨੁਸਖੇ ਹੁੰਦੇ ਸੀਗੇ ਸਾਡੇ ਪੁਰਾਣੇ ਵੈਦ ਸਾਡੇ ਪਿੰਡਾਂ ਘਰਾਂ ਸ਼ਹਿਰਾਂ ਦੇ ਨੇੜੇ ਰਹਿੰਦੇ ਘਰ ਦੇ ਵੈਦ ਹੁੰਦੇ ਸੀਗੇ ਔਰ ਉੱਥੇ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਸੀਗਾ ਉਹ ਜ਼ਿਆਦਾ ਬਿਲਡ ਨਾ ਹੋਣ ਕਰਕੇ ਉਹਦੇ 'ਚ ਜਿਹੜਾ ਫਿਊਚਰ ਕਿਸੇ ਨੂੰ ਸਿਕਿਉਰ ਨਾ ਨਜ਼ਰ ਆਉਣ ਕਰਕੇ ਉਹ ਜਿਹੜਾ ਉਹ ਹੌਲੀ ਕਰਕੇ ਉਹ ਜਿਹੜਾ ਕਿਸੇ ਨੇ ਵੀ ਜਿਹੜਾ ਉਹ ਵੈਦਪੁਣਾ ਜਿਹੜਾ ਉਹ ਅੱਗੇ ਨਵੀਂ ਜਨਰੇਸ਼ਨ ਨੇ ਨਹੀਂ ਅਪਣਾਇਆ ਕਿਉਂਕਿ ਉੱਥੇ ਉਹਨਾਂ ਨੂੰ ਇਹ ਲੱਗਿਆ ਕਿ ਇਹਦਾ ਜਿਹੜਾ ਇਨਫਰਾਸਟ੍ਰਕਚਰ ਹੈ ਕਿਉਂਕਿ ਉਹ ਨਿੱਕੀ ਜਿਹੀ ਕੋਠੜੀ ਦੇ ਵਿੱਚ ਬੈਠੇ ਹੁੰਦੇ ਸੀਗੇ, ਨਿੱਕੇ ਜਿਹੇ ਘਰ ਦੇ ਵਿੱਚ 4 ਸੀਸੀਆਂ ਰੱਖੀਆਂ ਹੁੰਦੀਆਂ ਸੀਗੀਆਂ ਔਰ ਉਹਨਾਂ 4 ਸੀਸੀਆਂ ਦੇ ਵਿੱਚ 4 ਤਰ੍ਹਾਂ ਜੋ ਉੱਥੇ ਉਹਨਾਂ ਕੋਲ ਪਿਆ ਹੁੰਦਾ ਸੀ ਉਹਦੇ ਵਿੱਚ ਏ ਤੋਂ ਲੈ ਕੇ ਜ਼ੈਡ ਤੱਕ ਜਿੰਨੀ ਵੀ ਬੋਡੀ ਦੇ ਆਰਗਨਸ ਦੇ ਉੱਪਰ ਪ੍ਰੈਸ਼ਰਾਈਜ਼ ਨੇ ਜਾਂ ਉਹਨਾਂ ਦੇ ਅੰਦਰ ਬਿਮਾਰੀਆਂ ਨੇ ਜਾਂ ਉਹ ਵੀਕ ਚੱਲ ਰਹੇ ਨੇ ਉਹਨਾਂ ਦਾ ਇਲਾਜ ਸੀ। ਬਟ ਉਹ ਚੀਜ਼ ਨਵੇਂ ਸਮਾਜ ਨੇ ਨਵੀਂ ਜਨਰੇਸ਼ਨ ਨੇ ਅਪਣਾਈ ਨਾ ਹੋਣ ਕਰਕੇ ਅਸੀਂ ਜ਼ਿਆਦਾ ਐਲੋਪੈਥੀ ਨੂੰ ਪ੍ਰਮੋਟ ਕਰਤਾ, ਐਲੋਪੈਥੀ ਨੂੰ ਸਾਹਮਣੇ ਲੈ ਆਂਦਾ ਕਿਉਂਕਿ ਉਹਦਾ ਇਨਫਰਾਸਟ੍ਰਕਚਰ ਜਿਹੜਾ ਬਹੁਤ ਵੱਡਾ ਸੀ। ਬਟ ਜਦੋਂ ਹੁਣ ਆਪਾਂ ਦੁਬਾਰਾ ਨੈਚੁਰਲ ਹੈਲਥ ਸਾਇੰਸ ਨੂੰ ਪੜ੍ਹ ਰਹੇ ਹਾਂ, ਸਮਝ ਰਹੇ ਹਾਂ ਤਾਂ ਪਤਾ ਲੱਗ ਰਿਹਾ ਕਿ ਸਾਡੀ ਰਸੋਈ ਵੀ ਦਵਾਖਾਨਾ ਸੀ ਜਿਹੜੀ ਕਿ ਅੱਜ ਬਿਮਾਰੀ ਦਾ ਘਰ ਬਣ ਚੁੱਕੀ ਹੈ। ਰਸੋਈ ਦਵਾਖਾਨਾ ਹੈ। ਜੇ ਅਸੀਂ ਆਪਣੀ ਰਸੋਈ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਜੋ ਉੱਥੇ ਪਦਾਰਥ ਨੇ ਉਹਨਾਂ ਨੂੰ ਸਹੀ ਢੰਗ ਨਾਲ ਸਮਝ ਲਈਏ ਤਾਂ ਅਸੀਂ ਆਪਣੀ ਰਸੋਈ ਦੇ ਵਿੱਚੋਂ ਵੀ ਅੱਜ ਵੀ ਅਸੀਂ ਆਪਣੀ ਰਸੋਈ ਦੇ ਵਿੱਚ ਪਏ ਹੋਏ ਪਦਾਰਥਾਂ ਦੇ ਨਾਲ ਆਪਣਾ ਇਲਾਜ ਕਰ ਸਕਦੇ। ਇਹ ਨੈਚੁਰਲ ਹੈਲਥ ਸਾਇੰਸ ਦੀ ਦੇਣ ਹੈ ਬਟ ਇਸ ਚੀਜ਼ ਨੂੰ ਅਲੋਪ ਕੀਤਾ ਗਿਆ, ਇਸ ਚੀਜ਼ ਨੂੰ ਪ੍ਰਮੋਟ ਹੀ ਨਹੀਂ ਕੀਤਾ ਗਿਆ ਤੇ ਇਹਦੇ ਨਾਲ ਜਿਹੜੀਆਂ ਸਮੱਸਿਆਵਾਂ ਵਧੀਆਂ ਨੇ। ਸੋ ਆਪਣਾ ਜਿਹੜਾ ਮੇਨ ਕਾਰਨ ਆ ਜੀ ਖਾਣ ਪੀਣ, ਸਾਡਾ ਖਾਣ ਪੀਣ ਕੀ ਆ, ਖਾਣ ਪੀਣ ਜੋ ਅਸੀਂ ਇਨਟੇਕ ਲੈਂਦੇ ਹਾਂ, ਜੋ ਵੀ ਮੀਲ ਲੈਂਦੇ ਹਾਂ ਉਹਨਾਂ ਤੋਂ ਬਾਅਦ ਹੀ ਜਿਹੜੇ ਸਾਡੇ ਸਰੀਰ ਦੇ ਵਿੱਚ ਲੱਛਣ ਆਉਂਦੇ ਆ ਤੇ ਉਹ ਇੱਕ ਬਹੁਤ ਜ਼ਿਆਦਾ ਭਿਆਨਕ ਬਿਮਾਰੀ ਦਾ ਜਿਹੜਾ ਉਹ ਰੂਪ ਧਾਰਨ ਕਰ ਜਾਂਦੇ ਆ। ਸੋ ਆਪਾਂ ਗੁਰਵਿੰਦਰ ਜੀ ਤੋਂ ਜਾਣਦੇ ਹਾਂ ਕਿ ਇਹ ਕਿਵੇਂ ਜੁੜੇ
ਇਸ ਆਰਗੇਨਾਈਜੇਸ਼ਨ ਦੇ ਨਾਲ ਸਰ ਤੁਸੀਂ ਕਿਵੇਂ ਜੁੜੇ ਹੋ ਤੇ ਜੁੜਨ ਤੋਂ ਬਾਅਦ ਤੁਸੀਂ ਕੀ ਕੀਤਾ ਇਹੋ ਜਿਹਾ ਕਿ ਹੁਣ ਮੈਨੂੰ ਲੱਗਦਾ ਕਿ ਤੁਸੀਂ ਜੌਬ ਕਰ ਰਹੇ ਹੋ ਇਹਦੇ ਵਿੱਚ? ਜੀ ਸਰ, ਬਹੁਤ ਅੱਛਾ ਸਵਾਲ ਕੀਤਾ ਕਿ ਮੇਰੇ ਜੁੜਨ ਦਾ ਰੀਜ਼ਨ ਕੀ ਸੀ। ਕਿਉਂਕਿ ਇੱਥੇ ਜਿੰਨੇ ਵੀ ਤੁਸੀਂ ਵੈਲ ਵਰਕਰਸ ਦੇ ਰੂਪ ਵਿੱਚ ਤੁਸੀਂ ਦੇਖੋਗੇ ਜਾਂ ਜਿੰਨੇ ਵੀ ਸਾਡੇ ਪੇਸ਼ੈਂਟ ਅੱਜ ਪੜ੍ਹਨ ਵਾਸਤੇ ਆਏ ਨੇ, ਇਹ ਸਾਰੇ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜਨ ਦੇ ਪਿੱਛੇ ਸਭ ਉਹਨਾਂ ਦਾ ਇੱਕੋ ਮਕਸਦ ਸੀ ਕਿ ਅਸੀਂ ਰੋਗੀ ਸੀ। ਜੇ ਮੈਂ ਆਪਣੀ ਗੱਲ ਕਰਾਂ ਇੱਥੇ ਫਸਟ ਟਾਈਮ ਆਉਣ ਦੀ, ਤਾਂ ਮੇਰੀ ਮਦਰ ਨੂੰ ਥਾਇਰਾਇਡ ਦੀ ਗੋਲੀ ਜਿਹੜੀ ਉਹ ਲੱਗ ਚੁੱਕੀ ਸੀ, ਉਹ ਥਾਇਰਾਇਡ ਦੇ ਪੇਸ਼ੈਂਟ ਸੀਗੇ ਔਰ 100 mg ਦੀ ਗੋਲੀ ਉਹ ਰੈਗੂਲਰ ਲੈ ਰਹੇ ਸੀ। ਇਹ ਕਦੋਂ ਦੀ ਗੱਲ ਹੈ ਸਰ? ਕੋਈ ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ ਹੈ। 6 ਸਾਲ ਪਹਿਲਾਂ, ਮਤਲਬ 6 ਸਾਲ ਪਹਿਲਾਂ ਦੀ ਇਹ ਆਰਗੇਨਾਈਜੇਸ਼ਨ ਚੱਲ ਰਹੀ ਹੈ? ਜੀ ਆਰਗੇਨਾਈਜੇਸ਼ਨ ਨੂੰ ਤਾਂ 7 ਸਾਲ ਹੋ ਚੁੱਕੇ ਨੇ। ਮਦਰ ਨੂੰ 6 ਸਾਲ ਤੋਂ ਇਹ ਪ੍ਰੋਬਲਮ ਆਈ ਸੀ, ਜਿਸ ਟਾਈਮ ਤੇ ਮੈਨੂੰ ਪਤਾ ਚੱਲਿਆ ਕਿ ਇਸ ਆਰਗੇਨਾਈਜੇਸ਼ਨ ਦੇ ਜਿਹੜੇ ਡਾਕਟਰ ਸਾਹਿਬ ਨੇ, ਮੇਨ ਓਨਰ ਨੇ ਡਾਕਟਰ ਵਰਿੰਦਰ ਭੁੱਲਰ ਜੀ, ਉਹਨਾਂ ਦਾ ਸੈਮੀਨਾਰ ਸੀਗਾ ਸਾਡੇ ਮਾਝਾ ਏਰੀਆ ਦੇ ਵਿੱਚ, ਕਿਉਂਕਿ ਮੈਂ ਤਰਨਤਾਰਨ ਤੋਂ ਬਿਲੋਂਗ ਕਰਦਾ, ਤਾਂ ਉੱਥੇ ਮਜੈਲ ਜੀ ਤਾਂ ਉੱਥੇ ਉਹਨਾਂ ਦਾ ਸੈਮੀਨਾਰ ਸੀ, ਤਾਂ ਮੈਂ ਉਹ ਸੈਮੀਨਾਰ ਕਲਾਸ ਇਹਨਾਂ ਦੀ ਅਟੈਂਡ ਕੀਤੀ। ਤਾਂ ਉੱਥੇ ਮੈਨੂੰ ਇਹ ਲੱਗ ਰਿਹਾ ਸੀ ਕਿ ਇਹਨਾਂ ਦੀਆਂ ਜੋ ਮੈਡੀਸਿਨਸ ਨੇ, ਉਹ ਜਿਵੇਂ ਅਕਸਰ ਆਪਾਂ ਦੇਖਦੇ ਹਾਂ ਕਿ ਇੱਕ ਕੰਪਨੀ ਹੁੰਦੀ ਹੈ ਜਾਂ ਉੱਥੇ ਮੈਡੀਸਿਨ ਦਿੰਦੇ ਨੇ ਜਾਂ ਪ੍ਰੋਡਕਟਸ ਦਿੰਦੇ ਨੇ, ਮੈਨੂੰ ਲੱਗਿਆ ਕਿ ਸ਼ਾਇਦ ਉਸ ਤਰ੍ਹਾਂ ਦਾ ਕੁਛ ਹੈ। ਬਟ ਜਦੋਂ ਮੈਂ ਡਾਕਟਰ ਸਾਹਿਬ ਦੇ ਵਿਚਾਰ ਸੁਣੇ, ਗਿਆਨ ਲਿਆ, ਤਾਂ ਮੈਨੂੰ ਲੱਗਿਆ ਕਿ ਨਹੀਂ, ਇਹ ਉਸ ਤਰ੍ਹਾਂ ਦਾ ਸਿਸਟਮ ਨਹੀਂ। ਇੱਕ ਐਜ਼ ਏ ਡਾਕਟਰ ਦੇ ਰੂਪ ਦੇ ਵਿੱਚ ਸਾਡੇ ਕੋਲ ਇੱਥੇ ਪਹੁੰਚੇ ਨੇ ਗਿਆਨ ਦੇਣ ਵਾਸਤੇ, ਔਰ ਇਹਦੀਆਂ ਰੈਮਡੀਜ਼ ਜੋ ਦਵਾਈਆਂ ਨੇ ਉਹ ਵੀ ਕੰਮ ਕਰਨਗੀਆਂ। ਮੈਨੂੰ ਉਹਨਾਂ ਦੇ ਗਿਆਨ ਤੋਂ ਪਤਾ ਚੱਲਿਆ, ਤਾਂ ਮੈਂ ਉੱਥੋਂ ਉਹਨਾਂ ਕੋਲ ਮੈਡੀਸਿਨ ਨੂੰ ਪਰਚੇਜ਼ ਕੀਤੀ ਔਰ ਮੈਂ ਸ਼ੁਰੂ ਕੀਤਾ। ਔਰ ਸਰ ਸੱਚਾਈ ਦੀ ਗੱਲ ਹੈ ਕਿ ਜਿਹੜੀ ਉਹਨਾਂ ਨੂੰ, ਕਿਉਂਕਿ ਮਦਰ ਨੂੰ 6 ਮਹੀਨੇ ਤੋਂ ਪਹਿਲਾਂ ਗੋਲੀ ਲੱਗੀ ਸੀਗੀ, 6 ਮਹੀਨੇ ਤੋਂ ਲੱਗੀ ਹੋਈ ਗੋਲੀ ਜਿਹੜੀ ਹੈ ਉਹ ਫਸਟ ਮੰਥ ਹੀ ਉਹਨਾਂ ਦੀ ਜਿਹੜੀ ਉਹ ਗੋਲੀ ਦਾ ਜਿਹੜਾ ਲੈਵਲ ਸੀਗਾ ਉਹ ਘਟਣਾ ਸ਼ੁਰੂ ਹੋ ਗਿਆ, ਬੋਡੀ 'ਚ એનર્ਜੀ ਫੀਲ ਹੋਣੀ ਸ਼ੁਰੂ ਹੋ ਗਈ। ਨਹੀਂ ਤਾਂ ਉਹ ਗੋਲੀ ਇੱਕ ਦਿਨ ਨਹੀਂ ਸੀ ਲੈਂਦੇ ਤਾਂ ਉਹਨੂੰ ਤੋਂ ਸਵੇਰ ਉੱਠ ਕੇ ਕੰਮ ਕਰਨਾ ਜਾਂ ਕੋਈ ਐਕਟੀਵਿਟੀ ਜਿਹੜੀ ਉਹ ਨਹੀਂ ਸੀ ਹੁੰਦੀ ਸਾਰੇ ਦਿਨ 'ਚ। ਬਟ ਜਦੋਂ ਇਹ ਰੈਮਡੀਜ਼ ਨਾਲ ਐਡ ਕੀਤੀਆਂ ਤੇ ਇਹਦੇ ਨਾਲ ਉਹਨਾਂ ਦੀ ਬੋਡੀ 'ਚ એનર્ਜੀ ਫੀਲ ਹੋਈ ਉਹਨਾਂ ਨੂੰ, ਔਰ ਉਹਨਾਂ ਨੂੰ ਫੀਲ ਨਹੀਂ ਹੋ ਰਿਹਾ ਸੀ ਕਿ ਮੈਨੂੰ ਗੋਲੀ ਦੀ ਹੁਣ ਜਿਹੜੀ ਘਾਟ ਜਾਂ ਕਮੀ ਮਹਿਸੂਸ ਹੋ ਰਹੀ ਹੈ। ਤਾਂ ਐਵੇਂ ਕਰਦੇ ਜਦੋਂ ਅਸੀਂ 90 ਦਿਨ ਦਾ ਕੋਰਸ ਜੋ ਡਾਕਟਰ ਸਾਹਿਬ ਵੱਲੋਂ ਦਿੱਤਾ ਸੀਗਾ, ਉਹ 90 ਦਿਨ ਦਾ ਕੋਰਸ ਕਰਦੇ ਪੂਰਨ ਤੌਰ ਦੇ ਉੱਪਰ ਜਿਹੜੀ ਗੋਲੀ ਉਹ ਬੰਦ ਹੋ ਚੁੱਕੀ ਸੀਗੀ। ਔਰ ਅੱਛਾ, ਉਹ ਗੋਲੀ ਜਿਹੜੀ ਐਲੋਪੈਥੀ ਦੀ ਤੁਸੀਂ ਲੈ ਰਹੇ ਸੀ ਉਹ ਜਮਾ ਬੰਦ ਕਰ ਦਿੱਤੀ? ਬਿਲਕੁਲ ਬੰਦ ਹੋ ਚੁੱਕੀ ਹੈ। ਔਰ ਅੱਜ ਸਰ 5 ਸਾਲ ਹੋ ਚੁੱਕੇ ਨੇ ਇਸ ਗੱਲ ਨੂੰ ਕਿ ਮੰਮਾ ਨੂੰ ਅਜੇ ਤੱਕ ਗੋਲੀ ਲੈਣੀ ਤਾਂ ਦੂਰ, ਉਹ ਸੋਚ ਤੋਂ ਵੀ ਬਾਹਰ ਹੋ ਗਈ ਵੀ ਕਦੀ ਗੋਲੀ ਵੀ ਲੈਂਦੇ ਸੀਗੇ। ਸੋ ਐਡਾ ਚਮਤਕਾਰ ਸਾਡੇ ਪਰਿਵਾਰ 'ਚ ਹੋਇਆ। ਸੋ ਇਸ ਚੀਜ਼ ਨੇ ਮੈਨੂੰ ਬੜਾ ਇੰਸਪਾਇਰ ਕੀਤਾ ਕਿ ਕਿਉਂਕਿ ਮੈਂ ਜਦੋਂ ਸਟਾਰਟਿੰਗ ਕੀਤੀ ਸੀ ਮੰਮਾ ਦੀ ਗੋਲੀ, ਤਾਂ ਉਸ ਟਾਈਮ ਤੇ ਮੈਂ ਨਾਲ ਗਿਆ ਸੀ ਡਾਕਟਰ ਦੇ ਕੋਲ, ਤਾਂ ਉਹਨਾਂ ਦੇ ਮੈਂ ਸਵਾਲ ਕੀਤਾ ਸੀ ਕਿ ਸਰ ਇਹ ਗੋਲੀ ਆਪਾਂ ਕਿੰਨਾ ਕੁ ਟਾਈਮ ਲਵਾਂਗੇ, ਤਾਂ ਉਹਨਾਂ ਨੇ ਇਹੀ ਬੋਲਿਆ ਸੀਗਾ ਕਿ ਇਹ ਫਿਲਹਾਲ ਤਾਂ ਲਾਈਫ ਟਾਈਮ ਆਪਾਂ ਨੂੰ ਲੈਣੀ ਪੈ ਸਕਦੀ ਹੈ। ਤਾਂ ਉਹਦੇ 'ਚ ਚਿੰਤਾ ਦਾ ਵਿਸ਼ਾ ਮੇਰੇ ਲਈ ਵੀ ਸੀ ਤੇ ਮਦਰ ਲਈ ਵੀ ਸੀ ਕਿ ਜੇ ਲਾਈਫ ਟਾਈਮ ਲੈਣੀ ਹੈ ਤਾਂ, ਕਿਉਂਕਿ ਪੜ੍ਹਾਈ ਕਰ ਰਹੇ ਸੀ ਇੰਨਾ ਕੁ ਤਾਂ ਸਮਝ ਹੀ ਰਹੇ ਸੀ ਕਿ ਇਹਦੇ ਅਗਰ ਰੈਗੂਲਰ ਲਵਾਂਗੇ ਤਾਂ ਇਹਦੇ ਨਾਲ ਹੋਰ ਬੋਡੀ ਦੇ ਆਰਗਨਸ ਜਿਹੜੇ ਉਹਨਾਂ ਦੇ ਉੱਪਰ ਪ੍ਰੈਸ਼ਰ ਆਏਗਾ ਉਹ ਹੋਰ ਡਿਸਟਰਬ ਹੋਣਗੇ। ਬਟ ਜਦੋਂ ਮੈਨੂੰ ਪਤਾ ਚੱਲਿਆ ਕਿ ਇਸ ਮੈਡੀਸਿਨ ਦੇ ਨਾਲ ਜੋ ਡਾਕਟਰ ਸਾਹਿਬ ਵਰਿੰਦਰ ਭੁੱਲਰ ਜੀ ਵੱਲੋਂ ਦਿੱਤੀ ਸੀ, ਉਹਦੇ ਨਾਲ ਹੌਲੀ ਕਰਕੇ ਜਿਹੜੀ ਉਹ ਗੋਲੀ ਘਟੀ ਹੈ, ਉਸ ਤੋਂ ਬਾਅਦ ਆ ਬੰਦ ਹੋ ਗਈ ਹੈ, ਇਹਦੇ ਪਿੱਛੇ ਰਾਜ ਕੀ ਹੈ, ਉਹ ਮੈਨੂੰ ਉਸ ਚੀਜ਼ ਨੇ ਬੜਾ ਪਿੰਚ ਕੀਤਾ। ਔਰ ਉਸ ਤੋਂ ਬਾਅਦ ਮੈਨੂੰ ਜਿਨ੍ਹਾਂ ਨੇ ਮੈਨੂੰ ਉਹ ਮੈਡੀਸਿਨ ਦਵਾਈ ਸੀਗੀ, ਮਿਸਟਰ ਰਣਜੀਤ ਸਿੰਘ ਜੀ ਸਭਰਾ ਪਿੰਡ ਤੋਂ ਪੱਟੀ ਏਰੀਏ 'ਚ ਨੇ, ਉਹਨਾਂ ਨੇ ਮੈਨੂੰ ਦੁਬਾਰਾ ਇਨਵਾਈਟ ਕੀਤਾ। ਮੋਗਾ ਦੇ ਵਿੱਚ ਸੈਮੀਨਾਰ ਸੀਗਾ, ਕਲਾਸ ਸੀਗੀ ਇਹਨਾਂ ਦੀ ਡਾਕਟਰ ਵਰਿੰਦਰ ਭੁੱਲਰ ਜੀ ਵੱਲੋਂ। ਮੈਨੂੰ ਕਹਿੰਦੇ ਤੁਸੀਂ ਇੱਕ ਕਲਾਸ ਚਾਓ, ਤਾਂ ਉਹ ਮੈਂ ਅੱਛਾ, ਉਸ ਤੋਂ ਮਗਰੋਂ ਜਦੋਂ ਵੀ ਮਦਰ ਦਾ ਇਲਾਜ ਠੀਕ ਹੋ ਗਿਆ ਤੁਹਾਨੂੰ ਲੱਗਦਾ ਹੈ ਨਾ, ਉਸ ਤੋਂ ਮਗਰੋਂ ਤੁਸੀਂ ਸੈਮੀਨਾਰ ਅਟੈਂਡ ਕੀਤਾ ਜੀ। ਤਾਂ ਉਹ ਸੈਮੀਨਾਰ ਅਟੈਂਡ, ਜਿਵੇਂ ਕਿ ਸੇਮ ਸੈਮੀਨਾਰ ਇਹ ਆ ਜੀ, ਨੈਸ਼ਨਲ ਸੈਮੀਨਾਰ ਨੈਚੁਰਲ ਹੈਲਥ ਸਾਇੰਸ ਨਾਲ ਸੰਬੰਧਿਤ, ਤਾਂ ਉਹ ਸੈਮੀਨਾਰ ਅਟੈਂਡ ਕਰਨ ਤੋਂ ਬਾਅਦ ਤੁਸੀਂ ਕੀ ਫੀਲ ਕੀਤਾ ਜੀ, ਪਹਿਲਾ ਸੈਮੀਨਾਰ? ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਮੈਂ ਉਹਨਾਂ ਨੇ ਇਨਵਾਈਟ ਕੀਤਾ ਤਾਂ ਮੈਂ ਕਲਾਸ 'ਚ ਪਹੁੰਚਿਆ। ਕਲਾਸ 'ਚ ਪਹੁੰਚਣ ਤੋਂ ਬਾਅਦ ਜਿਹੜੇ ਮੈਨੂੰ ਗਿਆਨ ਮਿਲਿਆ, ਜੋ ਮੈਨੂੰ ਉੱਥੋਂ ਹਾਸਲ ਹੋਇਆ ਸੀਗਾ ਕਿ ਵਾਕਿਆ ਹੀ ਅਗਰ ਅਸੀਂ ਇਹਨਾਂ ਰੈਮਡੀਜ਼ ਦੇ ਨਾਲ, ਇਸ ਮੈਡੀਸਿਨ ਦੇ ਨਾਲ, ਇਸ ਗਿਆਨ ਨਾਲ ਜੁੜਦੇ ਹਾਂ ਤਾਂ ਦੁਨੀਆ ਦੀ ਕੋਈ ਵੀ ਗੋਲੀ ਜਿਹੜੀ ਆ ਉਹ ਪੱਕੇ ਤੌਰ ਤੇ ਸਾਡੇ ਸਰੀਰ ਨੂੰ ਨਹੀਂ ਲੱਗ ਸਕਦੀ। ਇਹ ਮੈਨੂੰ ਸਮਝ ਆ ਚੁੱਕੀ ਸੀਗੀ। ਔਰ ਉਸ ਤੋਂ ਬਾਅਦ ਹਰ ਸੈਚਰਡੇ ਨੂੰ, ਉਸ ਟਾਈਮ ਤੇ ਮੈਂ ਕਾਫੀ ਟਾਈਮ 5 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਕਿ ਉਸ ਟਾਈਮ ਤੇ ਰੈਗੂਲਰ ਹਰ ਸੈਚਰਡੇ ਜਿਹੜੀ ਕਲਾਸ ਇਹ ਲੱਗਦੀ ਸੀਗੀ, ਕਿਉਂਕਿ ਹੁਣ ਡਾਕਟਰ ਸਾਹਿਬ ਦਾ ਸ਼ਡਿਊਲ ਬਿਜ਼ੀ ਹੋਣ ਕਰਕੇ ਮਹੀਨੇ 'ਚ ਇੱਕ ਕਲਾਸ ਲੱਗ ਰਹੀ ਹੈ। ਉਸ ਟਾਈਮ ਤੇ ਮਹੀਨੇ ਦੇ ਵਿੱਚ 4 ਸੈਚਰਡੇ ਸੀਗੇ। ਸੋ ਨੋਟ ਕਰਨ ਵਾਲੀ ਗੱਲ ਆ ਵੀ ਇੱਕ ਕਲਾਸ ਅਜੇ ਵੀ ਲੱਗ ਰਹੀ ਆ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਜਿਹੜੀ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਨੇ, ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜੇ 6 ਮੈਂਬਰ ਨੇ, 6 ਦੇ ਵਿੱਚੋਂ 1-2% ਤਾਂ ਬਿਮਾਰ ਹੁੰਦੇ ਨੇ। ਸੋ ਸਾਰੇ ਜਣੇ ਜ਼ਰੂਰ ਨੋਟ ਕਰਿਓ ਕਿ ਇੱਕ ਦਿਨ ਐਵੇਂ ਦੀ ਕਲਾਸ ਜ਼ਰੂਰ ਲੱਗਦੀ ਜਿਹਨੂੰ ਤੁਸੀਂ ਪ੍ਰੋਪਰ ਜਾ ਕੇ ਅਟੈਂਡ ਕਰ ਲੇ। ਜੇ ਤੁਸੀਂ ਕਰ ਲਈ
ਉਹ ਕਲਾਸ ਅਟੈਂਡ ਤੇ ਤੁਸੀਂ ਆਪਣਾ ਇਲਾਜ ਖੁਦ ਕਰ ਸਕਦੇ ਆ। ਸੋ ਮੇਰੀ ਲਾਈਫ ਦੇ ਵਿੱਚ ਸਰ ਜੋ ਚੇਂਜ ਆਇਆ ਉਸ ਕਲਾਸ ਨੂੰ ਲੈ ਕੇ, ਮੈਂ ਫਿਰ ਰੈਗੂਲਰ ਉਸ ਕਲਾਸ ਨੂੰ ਅਟੈਂਡ ਕਰਨਾ ਸ਼ੁਰੂ ਕੀਤਾ। ਉਸ ਟਾਈਮ ਤੇ ਮੈਂ ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਸੀਗਾ ਔਰ ਮੈਂ LIC ਦੇ ਵਿੱਚ ਜੌਬ ਕਰ ਰਿਹਾ ਸੀਗਾ ਉਸ ਟਾਈਮ ਤੇ। ਜਦੋਂ ਮੈਨੂੰ ਲੱਗਿਆ ਕਿ ਨਹੀਂ, ਅਗਰ ਇੱਥੇ ਆਣ ਕੇ ਮੈਂ ਇਸ ਚੀਜ਼ ਨੂੰ ਸਿੱਖ ਲਵਾਂ, ਇਸ ਚੀਜ਼ ਨੂੰ ਮੈਂ ਪੜ੍ਹ ਲਵਾਂ, ਤੇ ਮੈਂ ਇਹਨੂੰ ਆਪਣੇ ਕੈਰੀਅਰ ਦੇ ਰੂਪ ਦੇ ਵਿੱਚ ਵੀ ਅੱਗੇ ਲੈ ਕੇ ਜਾ ਸਕਦਾ। ਸੈਮੀਨਾਰ ਤੋਂ ਬਾਅਦ ਮਤਲਬ ਤੁਸੀਂ ਇਹ ਸੋਚਿਆ ਕਿ ਤੁਸੀਂ ਮਤਲਬ ਇਹਨਾਂ ਨਾਲ ਜੁੜ ਕੇ ਆਪਣਾ ਕੈਰੀਅਰ ਜਿਹੜਾ ਅੱਗੇ ਸ਼ੁਰੂ ਕਰ ਸਕਦੇ ਆ। ਜੀ। ਸੋ ਜਦੋਂ ਤੁਸੀਂ ਜੁਆਇਨ ਕਰ ਲਿਆ ਜੀ, ਤੇ ਉਸ ਤੋਂ ਤੁਸੀਂ 3-4 ਮਹੀਨਿਆਂ ਬਾਅਦ ਕੀ ਫੀਲ ਕੀਤਾ ਕਿ ਤੁਹਾਡੀ ਪਾਕਟ ਮਨੀ ਦੇ ਵਿੱਚ ਵਾਧਾ ਹੋਇਆ ਜਾਂ ਕੁਝ ਪੱਲਿਓਂ ਪੈਸੇ ਲੱਗ ਗਏ, ਜਾਂ ਤੁਸੀਂ ਕੀ ਫੀਲ ਕੀਤਾ ਕਿ ਇਹ ਪ੍ਰੋਡਕਟ ਬੇਸ ਜਿੱਦਾਂ ਪੁਰਾਣੀਆਂ ਕੰਪਨੀਆਂ ਉਹ ਕੰਮ ਕਰ ਰਹੀਆਂ ਨੇ, ਜਾਂ ਇੱਕ ਨਵੀਂ ਸੰਸਥਾ ਹੈ ਜਿਹੜੀ ਕੁਝ ਵੱਖਰੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ? ਕੀ ਤੁਸੀਂ ਮਹਿਸੂਸ ਕੀਤਾ ਜੀ? ਕੀ ਅੰਤਰ ਮਹਿਸੂਸ ਕੀਤਾ? ਜੀ ਸਰ, ਹਾਂ ਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਜਦੋਂ ਮੈਂ ਸਟਾਰਟਿੰਗ ਕੀਤੀ ਤਾਂ ਮੈਨੂੰ ਫੀਲ ਹੋਇਆ ਕਿ ਇੱਥੇ ਸਭ ਤੋਂ ਪਹਿਲੇ ਨੰਬਰ ਤੇ ਮਨੁੱਖਤਾ ਦੀ ਸੇਵਾ ਹੈ। ਕਿਉਂਕਿ ਜਿਵੇਂ ਮੇਰੀ ਮਦਰ ਨੂੰ ਗੋਲੀ ਲੱਗੀ ਹੋਈ ਸੀ, ਆਪਾਂ 3 ਮਹੀਨਿਆਂ 'ਚ ਛੁਡਵਾ ਚੁੱਕੇ ਸੀਗੇ, ਇਸ ਤਰ੍ਹਾਂ ਮੇਰੇ ਰਿਸ਼ਤੇਦਾਰੀ ਦੇ ਵਿੱਚ ਨੀਅਰ ਡੀਅਰ ਬਹੁਤ ਸਾਰੇ ਪਰਿਵਾਰਾਂ, ਬਹੁਤ ਸਾਰੇ ਘਰਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਸੀ, ਉਹ ਆਪਾਂ ਨੂੰ ਪਤਾ ਹੀ ਹੁੰਦਾ। ਸੋ ਜਦੋਂ ਮੈਂ ਇਸ ਚੀਜ਼ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਆਪਣੇ ਫੈਮਲੀਜ਼ ਦੇ ਵਿੱਚ, ਬਾਕੀ ਰਿਸ਼ਤੇਦਾਰਾਂ ਦੇ ਵਿੱਚ, ਰਿਲੇਸ਼ਨ ਦੇ ਵਿੱਚ, ਕਿ ਮਦਰ ਦੀ ਗੋਲੀ ਛੁੱਟ ਚੁੱਕੀ ਹੈ, ਤਾਂ ਸਾਰਿਆਂ ਵੱਲੋਂ ਆਵਾਜ਼ ਆਉਣੀ ਸ਼ੁਰੂ ਹੋ ਗਈ ਕਿ ਸਾਨੂੰ ਵੀ ਦੱਸੋ ਇਹ ਕਿੱਥੋਂ ਦਵਾਈ ਲੈਂਦੀ ਹੈ ਜਾਂ ਕਿਹਨਾਂ ਨੂੰ ਮਿਲੇ ਸੀ। ਤੁਸੀਂ ਉਦੋਂ ਜੁਆਇਨ ਕਰ ਚੁੱਕੇ ਸੀ ਮੈਂ ਸੰਸਥਾ ਦੇ ਨਾਲ ਜੁਆਇਨ ਕਰਕੇ, ਫਿਰ ਤੁਸੀਂ ਤਾਂ ਹੀ ਪ੍ਰਮੋਟ ਕਰ ਰਹੇ ਸੀ ਨਾ ਕੰਮ? ਕਿਉਂਕਿ ਡਾਕਟਰ ਸਾਹਿਬ ਵੱਲੋਂ ਇੱਕ ਸਾਨੂੰ ਦੱਸਿਆ ਗਿਆ ਸੀਗਾ ਕਿ ਤੁਸੀਂ ਤਦ ਤੱਕ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਨਾ ਜਦ ਤੱਕ ਤੁਹਾਨੂੰ ਖੁਦ ਰਿਜ਼ਲਟ ਨਾ ਮਿਲੇ। ਮਤਲਬ ਪਹਿਲਾਂ ਬੰਦੇ ਨੂੰ ਘਰੇ ਰਿਜ਼ਲਟ ਆਉਣਾ ਬਹੁਤ ਜ਼ਰੂਰੀ ਆ, ਬੰਦਾ ਖੁਦ ਆਪਦੇ ਤੇ ਅਜਮਾਏ ਜਾਂ ਘਰੇ ਕਿਸੇ ਮੈਂਬਰ ਤੇ ਅਜਮਾ ਸਕਦਾ। ਜੀ ਤਾਂ ਉਹ ਇਹ ਇੱਕ ਕੰਡੀਸ਼ਨ ਵੀ ਹੁਣ ਵੀ ਅੱਜ ਵੀ ਇਹ ਕੰਡੀਸ਼ਨ ਹੈ ਕਿ ਅਸੀਂ ਆਪਣੇ ਜਦੋਂ ਵੀ ਸਾਡੇ ਨਾਲ ਕੋਈ ਸਟੂਡੈਂਟ ਜੁਆਇਨ ਕਰਦਾ ਤੇ ਅਸੀਂ ਉਹ ਡਾਇਰੈਕਟ ਨਹੀਂ ਆ ਸਕਦਾ ਸੀਗਾ, ਉਹਨੂੰ ਸਭ ਤੋਂ ਪਹਿਲਾਂ ਕੋਈ ਨਾ ਕੋਈ ਰਿਜ਼ਲਟ ਲੈਣਾ ਪੈਂਦਾ ਸੀ ਬੋਡੀ ਦੇ ਉੱਪਰ, ਆਪਣੇ ਪਰਿਵਾਰ ਦੇ ਵਿੱਚ, ਘਰ ਦੇ ਵਿੱਚ ਜਾਂ ਆਪਣੇ ਨੀਅਰ ਡੀਅਰ, ਤਾਂ ਜੋ ਉਹਦਾ ਵਿਸ਼ਵਾਸ ਬਿਲਡ ਹੋਵੇ। ਪਰ ਆਪਾਂ ਜਿਹੜੇ ਯੁੱਗ ਦੇ ਵਿੱਚ ਗੱਲ ਕਰ ਰਹੇ ਹਾਂ, ਦੇ ਵਿੱਚ ਬਹੁਤ ਸਾਰੀਆਂ ਨੈਟਵਰਕ ਮਾਰਕੀਟਿੰਗ ਕੰਪਨੀਆਂ ਜਾਂ ਕੋਈ ਪ੍ਰੋਡਕਟ ਬੇਸ ਕੰਪਨੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਤੁਸੀਂ ਇੱਕ ਲਿਆਓ ਤੇ ਆਪਣੇ ਥੱਲੇ 4 ਬੰਦੇ ਲੈ ਕੇ ਆਓ, ਤੇ 4 ਦੇ ਥੱਲੇ 7 ਹੋਣਗੇ, ਤੇ 7 ਤੋਂ ਬਾਅਦ 17 ਹੋਣਗੇ ਜੀ, ਤੇ ਉਹ ਪਤਾ ਨਹੀਂ ਸੰਖਿਆ ਕਿੱਥੋਂ ਤੱਕ ਪੁੱਜ ਗਏ, ਤੇ ਬੰਦਾ ਇੱਕ ਵਾਰਾਂ ਤਾਂ 2 ਸੀਟਡ ਗੱਡੀ ਦੇ ਵਿੱਚ ਬੈਠਾ ਹੀ ਫੀਲ ਕਰਦਾ ਕਿ ਮੈਂ ਤਾਂ ਮਰਸੀਡੀਜ਼ ਬੈਂਜ ਦੇ ਵਿੱਚ ਬੈਠਾ ਬਸ ਮਹੀਨੇ ਡੇਢ ਦੇ ਵਿੱਚ। ਤੇ ਇਹ ਸਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਇਹ ਤਾਂ ਕੰਮ ਹੀ ਉਲਟਾ ਹੈ ਜੀ, ਕਿ ਪਹਿਲਾਂ ਤੁਸੀਂ ਆਪ ਦਾ ਇਲਾਜ ਖੁਦ ਕਰੋ ਜਾਂ ਪਰਿਵਾਰ ਦਾ ਮੈਂਬਰ ਦਾ ਇਲਾਜ ਜਿਹੜਾ ਹੈ ਉਹ ਡਾਕਟਰ ਸਾਹਿਬ ਦੇ ਨਾਲ ਜੁੜ ਕੇ ਕਰੋ, ਉਸ ਤੋਂ ਬਾਅਦ ਤੁਸੀਂ ਇਹਦੇ ਨਾਲ ਕੰਮ ਕਰਕੇ ਆਪਣੀ ਪਾਕਟ ਮਨੀ ਵੀ ਸੁਧਾਰ ਸਕਦੇ ਹੋ। ਸੋ ਤੁਸੀਂ ਆਪਾਂ ਰਿਜ਼ਲਟ ਤੇ ਹੀ ਗੱਲ ਕਰਦੇ ਹਾਂ ਕਿ ਥੋੜਾ ਸ਼ਾਰਟ 'ਚ ਆ ਕੰਮ ਸਾਰਾ, ਕਿ ਤੁਸੀਂ ਫਿਰ ਜਿਹੜੀ ਤੁਹਾਡੀ ਇਕਨੋਮੀ ਕਹਿ ਸਕਦੇ, ਤੁਹਾਡਾ ਸਟੇਟਸ ਆ, ਉਹ ਜਦੋਂ ਤੁਸੀਂ ਸਾਲ ਸੰਸਥਾ ਦੇ ਨਾਲ ਜੁੜ ਕੇ ਕੰਮ ਕੀਤਾ, ਤੁਹਾਨੂੰ ਲੱਗਦਾ ਕਿ ਉਹ ਅਪ ਹੋਇਆ ਪਹਿਲਾਂ ਨਾਲੋਂ? ਸਰ ਬਹੁਤ ਜ਼ਿਆਦਾ ਅਪ ਹੋਇਆ ਕਿਉਂਕਿ ਮੈਂ LIC ਦੇ ਵਿੱਚ ਸੀਗਾ ਉਸ ਟਾਈਮ ਤੇ। ਮੈਂ ਫਿਰ ਤੁਸੀਂ ਜੌਬ ਛੱਡ ਦਿੱਤੀ ਜੀ LIC ਦੀ? ਜੀ ਸਰ, ਜਦੋਂ ਮੈਨੂੰ ਇਧਰੋਂ ਮੈਨੂੰ ਪਤਾ ਚੱਲਿਆ ਕਿ ਇੱਥੇ ਮਨੁੱਖਤਾ ਦੀ ਸੇਵਾ ਦੇ ਨਾਲ ਤੁਹਾਡੀ ਜਿਹੜੀ ਪਾਕਟ ਮਨੀ ਹੈ ਜਾਂ ਤੁਹਾਡਾ ਫਿਊਚਰ ਜਿਹੜਾ ਸਿਕਿਉਰ ਹੋ ਰਿਹਾ ਇਹਦੇ ਅੰਦਰ, ਤਾਂ ਮੈਨੂੰ ਫਿਰ ਉਧਰੋਂ ਕੁਇਟ ਕਰਨਾ ਪਿਆ। ਕਾਰਨ ਕੀ ਸੀਗਾ? ਕਿਉਂਕਿ ਇੱਥੇ ਕਲਾਸ ਦਾ ਲਗਾਉਣਾ ਬਹੁਤ ਜ਼ਰੂਰੀ ਸੀ, ਕਿਉਂਕਿ ਇੱਥੇ ਤੁਸੀਂ ਤੁੱਕੇ ਨਾਲ ਜਾਂ ਤੀਰ ਨਹੀਂ ਮਾਰ ਸਕਦੇ ਸੀਗੇ, ਇੱਥੇ ਪਹਿਲਾਂ ਪੜ੍ਹਨਾ ਪੈਣਾ ਸੀਗਾ। ਉਹ ਪੜ੍ਹਾਈ ਨੂੰ ਕਰਨ ਵਾਸਤੇ ਮੈਂ ਰੈਗੂਲਰ ਜਿਹੜਾ ਫਿਰ ਡਾਕਟਰ ਸਾਹਿਬ ਦੇ ਕੰਟੈਕਟ 'ਚ ਰਿਹਾ, ਸਿੱਖਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਜੋ ਡਾਕਟਰ ਸਾਹਿਬ ਦੇ ਮਾਝਾ ਏਰੀਆ ਦੇ ਵਿੱਚ, ਤਰਨਤਾਰਨ ਦੇ ਵਿੱਚ ਸੈਮੀਨਾਰ ਮੈਂ ਖੁਦ ਵੀ ਅਰੇਂਜ ਕਰਵਾਏ। ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਗਿਆਨ ਨੂੰ ਪ੍ਰਾਪਤ ਕੀਤਾ ਔਰ ਬਹੁਤ ਸਾਰੇ ਲੋਕਾਂ ਨੇ ਜਿਹੜੀ ਮੈਡੀਸਿਨ ਉਸ ਤੋਂ ਬਾਅਦ ਸ਼ੁਰੂ ਕੀਤੀ। ਬਹੁਤ ਸਾਰੇ ਰਿਜ਼ਲਟ ਸਾਡੇ ਮਾਝਾ ਏਰੀਆ ਦੇ ਵਿੱਚ ਇਸ ਮੈਡੀਸਿਨ ਨੂੰ ਲੈ ਕੇ ਜਿਹੜੇ ਮਿਲੇ। ਸੋ ਉਹਦੇ ਨਾਲ ਕੀ ਸੀ ਕਿ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ, ਸੋ ਡਾਕਟਰ ਸਾਹਿਬ ਵੱਲੋਂ ਦਿੱਤੇ ਗਏ ਜੋ DNYs ਦਾ ਕੋਰਸ ਸੀਗਾ ਉਹਨੂੰ ਵੀ ਜੁਆਇਨ ਕੀਤਾ, ਕਿਉਂਕਿ ਬਿਨਾਂ ਕੋਰਸ ਤੋਂ ਇੱਥੇ ਕੋਈ ਵੀ ਇਨਸਾਨ ਪ੍ਰਮੋਟ ਨਹੀਂ ਕਰ ਸਕਦਾ, ਕਿਉਂਕਿ ਅਸੀਂ ਐਜ਼ ਏ ਡਾਕਟਰ ਅਸੀਂ ਪ੍ਰਮੋਟ ਹੋ ਰਹੇ ਹਾਂ। ਤਾਂ ਉਹ ਸਾਡੇ ਕੋਲ DNYs ਦਾ ਕੋਰਸ ਹੋਣਾ ਬੜਾ ਜ਼ਰੂਰੀ ਸੀ। ਅੱਜ ਵੀ ਜਿਹੜੀ ਕਲਾਸ ਲੱਗ ਰਹੀ ਹੈ ਇਹਦੇ ਵਿੱਚ DNYs ਵਾਲੇ ਸਟੂਡੈਂਟਸ ਹੀ ਬੈਠੇ ਨੇ ਔਰ ਕੁਛ ਜੁਆਇਨ ਕਰਨ ਵਾਲੇ ਨੇ। ਸੋ ਉਹ DNYs ਦਾ ਕੋਰਸ ਦੇ ਨਾਲ ਫਿਰ ਜਦੋਂ ਪਤਾ ਚੱਲਿਆ ਕਿ ਹੁਣ ਅੱਗੇ ਜਿਹੜਾ ਉਹ ਪ੍ਰਮੋਟ ਕਰਕੇ ਤੁਸੀਂ ਅਰਨਿੰਗ ਵੀ ਕਰ ਸਕਦੇ ਹੋ, ਤਾਂ ਹੌਲੀ ਕਰਦੇ ਜਿਹੜਾ ਕਿ ਮੈਂ 6 ਮਹੀਨੇ ਤੱਕ ਜਾਂਦੇ ਜਿਹੜਾ ਇੱਕ ਡ੍ਰੀਮ ਹੁੰਦਾ ਹੈ ਕਿ ਅਸੀਂ ਜੌਬ ਕਰਕੇ ਇੰਨਾ ਕਮਾਣਾ, 50,000 ਰੁਪਏ ਤੱਕ ਮੈਂ ਜਾ ਚੁੱਕਿਆ ਸੀਗਾ 6 ਮਹੀਨੇ ਦੇ ਵਿੱਚ। ਮਤਲਬ ਪਰ ਮੰਥ ਪ੍ਰਤੀ ਮਹੀਨਾ ਤੁਸੀਂ 50,000 ਰੁਪਇਆ ਕਮਾ ਰਹੇ ਸੀ? 6 ਮਹੀਨੇ ਦੀ ਮੈਂ ਗੱਲ ਕਰ ਰਿਹਾ, ਬਟ ਅੱਜ ਮੈਨੂੰ 5 ਸਾਲ ਹੋ ਚੁੱਕੇ ਨੇ, 5.5 ਸਾਲ ਹੋ ਚੁੱਕੇ ਨੇ ਡਾਕਟਰ ਸਾਹਿਬ ਦੇ ਨਾਲ। ਹੁਣ ਤਾਂ ਮਹਾਰਾਜ ਕਾਫੀ, ਹੁਣ ਤਾਂ 50,000 ਤਾਂ TDS ਹੀ ਘਟਾ ਜਾਂਦੇ ਹੋਗੇ। ਹਾਂਜੀ। ਸੋ ਕਿਉਂਕਿ ਮੇਰਾ ਡ੍ਰੀਮ ਸੀਗਾ ਕਿ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਸੀਗੇ, ਤੇ ਮੇਰਾ ਹਮੇਸ਼ਾ ਹੀ ਇਹ ਡ੍ਰੀਮ ਰਿਹਾ ਸੀ ਕਿ ਮੈਂ ਫਾਦਰ ਸਾਹਿਬ ਤੋਂ ਵੱਧ ਕਮਾਣਾ, ਵੱਧ ਕਮਾਉਣ ਦੀ ਲਲਚਾ ਸੀਗੀ ਮੇਰੇ ਮਨ ਦੇ ਅੰਦਰ। ਨਹੀਂ, ਉਹ ਪੰਜਾਬ ਪੁਲਿਸ ਨੇ ਜੀ, ਉਹਨਾਂ ਤੋਂ ਵੱਧ ਕਿੱਦਾਂ ਕਮਾ ਸਕਦੇ ਹੋ ਤੁਸੀਂ? ਉਹਨਾਂ ਦੇ ਤਾਂ ਮੇਰਾ ਡ੍ਰੀਮ ਜੋ ਸੀਗਾ ਉਹ ਤਾਂ ਧੱਕੇ ਨਾਲ ਵੀ ਕਮਾਈ ਕਰ ਸਕਦੇ ਜੀ, ਉਹ ਤਾਂ ਰੋਹ ਵੀ ਬਹੁਤ ਆ ਜੀ, ਹੈ ਨਾ? ਹਾਂਜੀ। ਤਾਂ ਉਹ ਫਿਰ ਮੈਂ ਜੋ ਡਾਕਟਰ ਸਾਹਿਬ ਦੇ ਨਾਲ ਕਾਉਂਸਲਿੰਗ 'ਚ ਆਏ ਤਾਂ ਪਤਾ ਚੱਲਿਆ ਕਿ ਤੁਸੀਂ
ਨੈਚੁਰਲ ਹੈਲਥ ਸਾਇੰਸ ਦੇ ਨਾਲ ਜੁੜ ਕੇ ਜਾਂ ਨੈਚੁਰਲ ਹੈਲਥ ਸਾਇੰਸ ਦੀ ਐਜੂਕੇਸ਼ਨ ਲੈ ਕੇ ਜਾਂ ਸੰਗਤ ਦਾ ਭਲਾ ਕਰਕੇ ਵੀ ਤੁਸੀਂ ਵੱਧ ਕਮਾ ਸਕਦੇ ਹੋ। ਸੋ ਇਸ ਮੈਂ ਹੋਰ ਵੀ ਕਿਤੇ ਕਮਾਉਂਦਾ ਹੁੰਦਾ ਨਾ, ਕਿਉਂਕਿ ਆਪਾਂ ਲਾਈਫ ਨੂੰ ਚਲਾਉਣਾ ਸੀ, ਕੁਛ ਨਾ ਕੁਛ ਤਾਂ ਕਰਨਾ ਸੀ, ਬਟ ਉੱਥੇ ਕਮਾਉਣਾ ਸੀ ਤਾਂ ਇੱਕ ਬੋਝ ਰਹਿਣਾ ਸੀ ਦਿਮਾਗ ਦੇ ਉੱਪਰ, ਇੱਕ ਬਿਜੀ ਸ਼ਡਿਊਲ ਰਹਿਣਾ ਸੀਗਾ। ਸੋ ਇੱਕ ਲਾਈਫ ਦੇ ਵਿੱਚ ਬਹੁਤ ਉਲਝਣਾਂ ਰਹਿਣੀਆਂ ਸੀਗੀਆਂ, ਬਟ ਇੱਥੇ ਜੁੜਨ ਦੇ ਨਾਲ ਅੱਜ ਮੈਂ ਬੜੀ ਖੁਸ਼ੀ ਨਾਲ ਇਹ ਚੀਜ਼ ਦੱਸ ਸਕਦਾ ਕਿ ਲੱਖ ਰੁਪਇਆ ਪਰ ਮੰਥ ਜਿਹੜਾ ਉਹ ਅਸੀਂ ਕਮਾ ਰਹੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਅਸੀਂ ਸੰਤੁਸ਼ਟ ਹਾਂ, ਅੱਜ ਅਸੀਂ ਬੜੇ ਅੱਛੇ ਢੰਗ ਦੇ ਨਾਲ ਬਿਨਾਂ ਕਿਸੇ ਬੋਝ ਦੇ, ਬਿਨਾਂ ਕਿਸੇ ਫਰਸਟ੍ਰੇਸ਼ਨ ਦੇ ਜਿਹੜਾ ਉਹ ਕਮਾਈ ਦੇ ਵਿੱਚ ਲੱਗੇ ਹੋਏ ਹਾਂ। ਉਹਦੇ ਪਿੱਛੇ ਕਾਰਨ ਇਹ ਹੈ ਕਿਉਂਕਿ ਅਸੀਂ ਸੇਵਾ 'ਚ ਲੱਗੇ ਹੋਏ ਹਾਂ। ਅੱਜ ਕਮਾਲ ਦੀ ਗੱਲ ਆ ਜੀ, ਸੇਵਾ ਕਰਕੇ ਬੰਦਾ ਲੱਖ ਰੁਪਈਆ ਕਮਾ ਸਕਦਾ, ਤੇ ਲੱਖ ਰੁਪਈਆ ਕਮਾਉਂਦਾ ਬੰਦਾ ਇਹ ਕਹਿ ਰਿਹਾ ਹੈ ਕਿ ਮੈਂ ਪਹਿਲਾਂ ਬਹੁਤ ਬਿਜ਼ੀ ਸਕੈਜੂਲ ਦੇ ਵਿੱਚ ਆਪਣਾ ਕੰਮ ਕਰਦਾ ਸੀ, ਪਰ ਸਰ ਹੁਣ ਤੁਸੀਂ ਜਿਵੇਂ ਲੱਖ ਰੁਪਈਆ ਕਮਾ ਰਹੇ ਹੋ, ਨਾਲੇ ਤੁਸੀਂ ਸੇਵਾ ਕਹਿ ਰਹੇ ਹੋ, ਤੇ ਨਾਲੇ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਬਹੁਤ ਫਰੀਕੁਐਂਟਲੀ ਕਮਾ ਰਹੇ ਹੋ ਜੀ, ਕੋਈ ਇਦਾਂ ਦਾ ਕੋਈ ਬਿਜ਼ੀ ਜਿਹੜਾ ਸ਼ਡਿਊਲ ਆ ਉਹਨੂੰ ਤੁਸੀਂ ਫੋਲੋ ਨਹੀਂ ਕਰਦੇ। ਇਹ ਸਰ ਕਿੱਦਾਂ ਸੰਭਵ ਆ ਜੀ? ਨਹੀਂ ਸਰ, ਬਿਜੀ ਸਰ ਸ਼ਡਿਊਲ ਬਿਲਕੁਲ ਬਿਜੀ ਹੈ, ਬਟ ਜਦੋਂ ਆਪਾਂ ਕਿਸੇ ਸੇਵਾ 'ਚ ਉਤਰੇ ਹੁੰਦੇ ਨਾ, ਉੱਥੇ ਥਕਾਨ ਜਾਂ ਜਿਹੜੀ ਬਿਜੀਨੈਸ ਜਿਹੜੀ ਆ ਉਹ ਫੀਲ ਨਹੀਂ ਹੁੰਦੀ। ਕਿਆ ਬਾਤ ਹੈ। ਸੇਵਾ ਦੇ ਵਿੱਚ ਕਿਉਂਕਿ ਅੱਜ ਮੰਡੇ ਤੋਂ ਲੈ ਕੇ ਸੈਚਰਡੇ ਤੱਕ ਦਾ ਸ਼ਡਿਊਲ ਸਾਡਾ ਬਿਜ਼ੀ ਹੁੰਦਾ, ਕਿਉਂਕਿ ਦਾਸ ਦੀ ਡਿਊਟੀ ਜਿਹੜੀ ਉਹ ਡਾਕਟਰ ਸਾਹਿਬ ਦੇ ਨਾਲ ਹੀ ਹੈ। ਐਜ ਏ ਅਸਿਸਟੈਂਟ ਡਾਕਟਰ ਦੇ ਰੂਪ ਦੇ ਵਿੱਚ ਮੈਂ ਚੱਲ ਰਿਹਾ ਸੀਗਾ ਡਾਕਟਰ ਸਾਹਿਬ ਦੇ ਨਾਲ, ਅੱਜ ਚੱਲ ਰਹੇ ਹਾਂ, ਬਟ ਉਹਦਾ ਕਰਕੇ ਡਾਕਟਰ ਸਾਹਿਬ ਦਾ ਸ਼ਡਿਊਲ ਮੰਡੇ ਤੋਂ ਲੈ ਕੇ ਸੈਚਰਡੇ ਬਿਜ਼ੀ ਹੀ ਹੁੰਦਾ। ਸੋ ਉਹਨਾਂ ਦੇ ਨਾਲ ਅਸੀਂ ਵੀ ਬਿਜ਼ੀ ਹੁੰਦੇ ਹਾਂ। ਸੋ ਪੂਰੇ ਦੇ ਪੂਰੇ ਜੋ ਪੂਰੇ ਵੀਕ ਦੇ ਵਿੱਚ ਬਿਜ਼ੀ ਹੋਣ ਤੋਂ ਬਾਅਦ ਵੀ ਸਾਨੂੰ ਉਹ ਥਕਾਨ ਮਹਿਸੂਸ ਨਹੀਂ ਹੁੰਦੀ ਜੋ ਇੱਕ ਜੌਬ ਵਾਲੇ ਨੂੰ ਹੁੰਦੀ ਹੈ। ਸੋ ਅਸੀਂ ਬੜੇ ਹਸੂ ਚਿਹਰੇ ਦੇ ਨਾਲ ਪੇਸ਼ੈਂਟ ਨੂੰ ਡੀਲ ਵੀ ਕਰਦੇ ਹਾਂ, ਪੇਸ਼ੈਂਟ ਦੇ ਨਾਲ ਗੱਲਬਾਤ ਵੀ ਹੁੰਦੀ, ਕਿਉਂਕਿ ਸਾਡਾ ਪਹਿਲੀ ਮੈਡੀਸਿਨ ਜਿਹੜੀ ਉਹ ਐਜੂਕੇਸ਼ਨ ਹੈ। ਅਸੀਂ ਪੇਸ਼ੈਂਟ ਨੂੰ ਦਵਾਈ ਦੇਣ ਤੋਂ ਪਹਿਲਾਂ ਉਹਦੇ ਨਾਲ ਗੱਲਬਾਤ ਕਰਨੀ ਹੈ, ਉਹਦੇ ਰੋਗ ਜੋ ਉਹਦੇ ਸਰੀਰ 'ਚ ਚੱਲ ਰਹੇ ਰੋਗ ਨੇ ਉਹਨਾਂ ਨੂੰ ਉਹਨੂੰ ਕਾਉਂਸਲਿੰਗ ਦੇਣੀ ਹੈ ਕਿ ਤੁਹਾਡੇ ਸਰੀਰ 'ਚ ਅਗਰ ਜਿਹੜੇ ਲੀਵਰ ਨੂੰ ਲੈ ਕੇ ਅਗਰ ਪ੍ਰੋਬਲਮ ਚੱਲ ਰਹੀ ਤਾਂ ਉਹ ਕਿਵੇਂ ਤੁਸੀਂ ਆਪਣੀ ਡਾਈਟ ਨੂੰ ਚੇਂਜ ਕਰਕੇ, ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰਕੇ ਤੁਸੀਂ ਉਹ 'ਚੋਂ ਬਾਹਰ ਕਿਵੇਂ ਆ ਸਕਦੇ। ਸਾਡੀ ਮੈਡੀਸਿਨ ਸੈਕੰਡਰੀ ਹੈ, ਡਾਕਟਰ ਸਾਹਿਬ ਨੂੰ ਦੂਸਰੇ ਨੰਬਰ ਤੇ ਮਿਲਾਇਆ ਜਾਂਦਾ। ਸਭ ਤੋਂ ਪਹਿਲਾਂ ਪੇਸ਼ੈਂਟ ਦੀ ਕਾਉਂਸਲਿੰਗ ਹੁੰਦੀ ਹੈ। ਸਾਡੇ ਬਹੁਤ ਸਾਰੇ ਕਾਉਂਸਲਰ ਨੇ ਜਿਹੜੇ ਕਿ ਬਾਹਰ ਬੈਠੇ ਹਰ ਇੱਕ ਪੇਸ਼ੈਂਟ ਨੂੰ ਕਾਉਂਸਲਿੰਗ ਹੀ ਦੇ ਰਹੇ ਨੇ। ਸੋ ਗੁਰਿੰਦਰ ਜੀ, ਆਪ ਜੀ ਨੇ ਬਹੁਤ ਕੀਮਤੀ ਜਿਹੜੀਆਂ ਜਾਣਕਾਰੀਆਂ ਸਾਡੇ ਨਾਲ ਸਾਡੀ ਕੇਅਰ ਏਸ਼ੀਆ ਟੀਮ ਨਾਲ ਸਾਂਝੀਆਂ ਕੀਤੀਆਂ, ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਦਾਂ ਹੀ ਆਪਾਂ ਫਿਰ ਕਿਤੇ ਮਿਲੇ ਤੇ ਫਿਰ ਗੱਲਬਾਤ ਕਰਾਂਗੇ। ਸ਼ੁਕਰੀਆ। ਅੱਛਾ, ਇਹ ਭਾਜੀ ਨਾ ਕਾਰਡ ਪਾਇਆ ਹੋਇਆ ਮੈਨੂੰ ਲੱਗਦਾ, ਤੇ ਇਹ ਸਟਾਫ ਦੇ ਵਿੱਚ ਹੀ ਕੰਮ ਕਰਦੇ ਹੋਣਗੇ, ਤੇ ਇਹ ਜਾ ਰਹੇ ਸੀ ਤੇ ਬੜੀ ਮੁਸ਼ਕਲ ਨਾਲ ਭਾਜੀ ਉਹਨਾਂ ਦਾ ਮੈਂ ਗੁੱਟ ਫੜਿਆ ਤੇ ਇਹਨਾਂ ਨੂੰ ਰੋਕਿਆ। ਆਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਜੁੜੇ ਇਸ ਸੰਸਥਾ ਦੇ ਨਾਲ, ਤੇ ਇਹਨਾਂ ਨੇ ਕੀ ਅਚੀਵਮੈਂਟਸ ਇਹਨਾਂ ਨੇ ਲਈਆਂ ਨੇ, ਤੇ ਫਰਦਰ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਦੇ ਗੋਲ ਨੇ, ਕੀ ਇਹਨਾਂ ਦੇ ਟੀਚੇ ਨੇ, ਕੀ ਕਰਨਾ ਚਾਹੁੰਦੇ ਆ। ਸੋ ਭਾਈ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਕੇਅਰ ਏਸ਼ੀਆ ਟੀਵੀ ਵੱਲੋਂ। ਤੇ ਆਪ ਜੀ ਆਪਣਾ ਨਾਮ, ਸ਼ੁਭ ਨਾਮ ਦੱਸੋ ਜੀ। ਸਰ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ, ਮੈਂ ਕੋਟੀ ਸੇਖਾਂ ਤੋਂ ਬਿਲੋਂਗ ਕਰਦਾ ਜੀ। ਕੋਟੀ ਸੇਖਾਂ ਮੋਗੇ ਦੇ ਨਾਲ? ਹਾਂਜੀ, ਮੋਗੇ ਦੇ ਨਾਲ ਹੀ ਹੈ ਜੀ। ਹਾਂਜੀ ਸਰ, ਮੈਂ ਸਰ ਡਾਕਟਰ ਰਵਿੰਦਰ ਭੁੱਲਰ ਜੀ ਨਾਲ ਐਜ ਏ ਪੇਸ਼ੈਂਟ ਜੁੜਿਆ ਸੀ। ਮੈਨੂੰ ਸ਼ੂਗਰ ਦੀ ਪ੍ਰੋਬਲਮ ਸੀ, ਤੇ ਉਹਦੇ ਕਰਕੇ ਮੈਂ ਇੱਥੋਂ ਕਿਸੇ ਨੇ ਦੱਸ ਪਾਈ ਸੀ ਵੀ ਤੁਸੀਂ ਇੱਥੇ ਡਾਕਟਰ ਰਵਿੰਦਰ ਸਿੰਘ ਭੁੱਲਰ ਜੀ ਉਹਨਾਂ ਨੂੰ ਮਿਲ ਲਓ, ਤੇ ਐਜ ਏ ਸ਼ੂਗਰ ਪੇਸ਼ੈਂਟ ਹੀ ਜੁੜਿਆ ਸੀ। ਜਦੋਂ ਮੈਂ ਆਪਣੀ ਸ਼ੂਗਰ ਠੀਕ ਕਰ, ਕਦੋਂ ਦੀ ਗੱਲ ਆ ਸਰ? ਕਿੰਨੇ ਟਾਈਮ? 2 ਸਾਲ ਪੁਰਾਣੀ ਹੈ ਸਰ, 2 ਸਾਲ ਹੋ ਗਏ ਮੈਨੂੰ ਸੰਸਥਾ 'ਚ ਆਏ ਨੂੰ। 2 ਸਾਲ ਪੁਰਾਣੀ ਹੈ ਗੱਲ ਸਰ। ਉਦੋਂ ਮੈਨੂੰ ਸ਼ੂਗਰ ਸੀ, ਸ਼ੂਗਰ ਮੇਰੀ ਕਾਫੀ ਹਾਈ ਰਹਿੰਦੀ ਸੀ ਜੀ। ਡਾਕਟਰਾਂ ਨੇ ਕਿਹਾ ਸੀ ਵੀ ਤੈਨੂੰ ਗੋਲੀ ਪੱਕੀ ਖਾਣੀ ਪੈਣੀ ਹੈ, ਪਰ ਜਦੋਂ ਮੇਰੇ ਯਾਰ ਦੋਸਤ ਨੇ ਦੱਸਿਆ ਵੀ ਆਪਾਂ ਤੂੰ ਉਹ ਤਾਂ ਇਲਾਜ ਕਰਨਾ ਹੀ ਕਰਨਾ ਹੈ, ਇੱਥੇ ਨੈਚੁਰੋਪੈਥੀ ਡਾਕਟਰ ਹੈ ਡਾਕਟਰ ਰਵਿੰਦਰ ਸਿੰਘ ਭੁੱਲਰ ਜੀ, ਆਪਾਂ ਉਹਨਾਂ ਕੋਲ ਜਾ ਕੇ ਦੇਖ ਆਈਏ। ਜਦੋਂ ਮੈਂ ਇੱਥੇ ਆਇਆ ਤੇ ਇੱਥੇ ਸਿਸਟਮ ਹੀ ਹੋਰ ਸੀ। ਇੱਥੇ ਦੱਸਿਆ ਜਾ ਰਿਹਾ ਸੀ ਵੀ ਆਪਾਂ ਕੁਦਰਤੀ ਤਰੀਕੇ ਨਾਲ ਠੀਕ ਹੋ ਸਕਦੇ ਹਾਂ ਜੀ, ਰੋਗ ਲੱਗ ਸਕਦਾ ਹੈ ਤੇ ਰੋਗ ਠੀਕ ਵੀ ਹੋ ਸਕਦਾ, ਮਤਲਬ ਸਾਰਾ ਸਿਸਟਮ ਹੀ ਇਹਨਾਂ ਦਾ ਅਲੱਗ ਸੀ। ਜਦ ਕਿ ਬਾਹਰਲੀ ਦੁਨੀਆ 'ਚ ਕਿਹਾ ਜਾ ਰਿਹਾ ਸੀ ਵੀ ਜੇ ਤੂੰ ਗੋਲੀ ਖਾਣੀ ਹੈ ਇਹ ਪੱਕੀ ਹੀ ਖਾਣੀ ਪੈਣੀ, ਨਹੀਂ ਤੇਰੀ ਸ਼ੂਗਰ ਨਹੀਂ ਠੀਕ ਹੋਣੀ। ਬਿਲਕੁਲ ਜੀ, ਆਪਾਂ ਆਮ ਹੀ ਦੇਖਦੇ ਹਾਂ ਕਿ ਸ਼ੂਗਰ ਵਾਲੀਆਂ ਪੱਕੀਆਂ ਗੋਲੀਆਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ, ਬਲੱਡ ਵਾਲੀਆਂ ਗੋਲੀਆਂ ਜਿਹੜੀਆਂ ਸਾਡੀਆਂ ਮਾਤਾਵਾਂ ਨੂੰ, ਭੈਣਾਂ ਨੂੰ, ਬਾਪੂਆਂ ਨੂੰ ਲੱਗੀਆਂ ਹੋਈਆਂ ਨੇ। ਸੋ ਮੈਨੂੰ ਲੱਗਦਾ ਕਿ ਸਰ ਬਹੁਤ ਵੱਡੀ ਜਾਣਕਾਰੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੱਕੀ ਗੋਲੀ ਲੱਗੀ ਛੁੱਟ ਗਈ ਹੈ ਜੀ। ਹਾਂਜੀ ਹਾਂਜੀ, ਮੇਰੀ ਪੱਕੀ ਗੋਲੀ ਲੱਗੀ ਛੁੱਟ ਗਈ। ਇੱਕ ਕਿਸੇ ਸ਼ੂਗਰ ਦੇ ਨਾਲ ਜੋ ਬਾਹਰਲੀ ਦੁਨੀਆ 'ਚ ਆਪਾਂ ਨੂੰ ਸਰ ਨੈਗੇਟਿਵ ਕਾਉਂਸਲਿੰਗ ਹੁੰਦੀ ਸੀ, ਜਿਹਨੂੰ ਮਿਲਣਾ ਉਹਨੇ ਕਹਿਣਾ ਬਾਈ ਇਹ ਤਾਂ ਤੇਰਾ ਰੋਗ ਨਹੀਂ ਠੀਕ ਹੋਣਾ, ਪੱਕੀ ਗੋਲੀ ਖਾਣੀ ਪੈਣੀ। ਉਹਦੇ ਕਰਕੇ ਮੈਂ ਡਿਪਰੈਸ਼ਨ 'ਚ ਵੀ ਚਲਾ ਗਿਆ ਸੀ। ਫਿਰ ਨਾਲ ਡਿਪਰੈਸ਼ਨ ਦੀਆਂ 2 ਗੋਲੀਆਂ ਲੱਗ ਗਈਆਂ ਸੀ। ਅੱਛਾ, ਇੱਕ ਦੇ ਨਾਲ 2? ਰਾਤ ਦੀ ਨੀਂਦ ਆਉਣੀ ਬੰਦ ਹੋ ਗਈ ਸੀ। ਪਰ ਜਦੋਂ ਮੈਂ ਇੱਥੇ ਆਇਆ, ਇੱਥੇ ਜਸਟ ਮਾਈਂਡ ਕਾਉਂਸਲਿੰਗ ਕੀਤੀ ਗਈ ਵੀ ਤੁਹਾਨੂੰ ਦੱਸਿਆ ਗਿਆ ਵੀ ਰੋਗ ਤੁਹਾਡੇ ਇੱਥੇ ਹੈ, ਦਿਮਾਗ ਦੇ ਵਿੱਚ, ਹੋਰ ਕਿਤੇ ਨਹੀਂ ਹੈ। ਉਹ ਜਦੋਂ ਇੱਥੇ ਕਾਉਂਸਲਿੰਗ ਕੀਤੀ ਗਈ, ਹੁਣ ਜਿਵੇਂ ਅੱਜ ਵੀ ਮੈਂ ਕਲਾਸ ਅਟੈਂਡ ਕਰ ਰਿਹਾ, ਇੱਥੇ ਕਲਾਸਾਂ ਦੇ ਵਿੱਚ ਬਸ ਆਪਾਂ ਨੂੰ ਸਰੀਰ ਹੀ ਪੜ੍ਹਾਇਆ ਜਾਂਦਾ ਜੀ। ਉਹ ਸਰੀਰ ਪੜ੍ਹਾ ਕੇ ਸਾਰਾ ਗਿਆਨ ਦਿੱਤਾ ਜਾਂਦਾ ਵੀ ਆਪਾਂ ਕਿਵੇਂ ਰੋਗੀ ਹੋਏ ਤੇ ਕਿਵੇਂ ਇਸ ਨੂੰ ਠੀਕ ਕਰ ਸਕਦੇ ਹਾਂ ਜੀ। ਇਹ ਮਹੀਨੇ ਦੇ ਵਿੱਚ ਇੱਕ ਕਲਾਸ? ਹਾਂਜੀ, ਹਰ ਮਹੀਨੇ ਦੇ ਵਿੱਚ ਲਾਸਟ ਸੈਚਰਡੇ ਹੁੰਦੀ ਹੈ, ਐਸਕੀ ਪਹਿਲਾਂ ਆ ਗਈ ਹੈ। ਹਰ ਮਹੀਨੇ ਦੇ ਵਿੱਚ ਲਾਸਟ ਸੈਚਰਡੇ ਹੁੰਦੀ ਹੈ ਇਹ ਕਲਾਸ ਜਿਹੜੀ ਆ, ਹਰ ਮਹੀਨੇ ਦੇ ਵਿੱਚ ਲਾਸਟ ਸੈਟਰਡੇ ਇਹ ਕਲਾਸ ਜਿਹੜੀ ਆ ਮੋਗਾ ਦੇ ਵਿੱਚ ਕਰਵਾਈ ਜਾਂਦੀ ਆ। ਸੋ ਤੁਸੀਂ ਸੰਸਥਾ ਦੇ ਨਾਲ ਸੰਪਰਕ ਕਰਕੇ ਡੇਟ
ਟਾਈਮ ਲੈ ਸਕਦੇ ਹਾਂ ਜੀ। ਹਾਂਜੀ, ਉਵੇਂ ਮੈਂ ਕਲਾਸਾਂ ਲਾਉਣ ਲੱਗ ਪਿਆ। ਹੁਣ ਮੈਂ ਆਪ ਤਾਂ ਠੀਕ ਹੋਏ ਹੋਇਆ। ਇਹ ਜਿਹੜਾ ਮੈਨੂੰ ਆਈ ਕਾਰਡ ਮਿਲਿਆ ਇਹ ਮੈਨੂੰ ਕਲਾਸਾਂ ਦੇ ਅਕੋਰਡਿੰਗ ਹੀ ਮਿਲਿਆ। ਕਲਾਸਾਂ ਲਾਉਣ ਤੋਂ ਬਾਅਦ ਮੈਂ ਐਜ਼ ਏ ਵੈਲ ਵਰਕਰ ਹੁਣ ਇੱਥੇ ਕੰਮ ਕਰ ਰਿਹਾ। ਆਪਦੀ ਤਾਂ ਮੈਂ ਗੋਲੀ ਬੰਦ ਕੀਤੀ ਆਪਣੀ ਨੀਅਰ ਡੀਅਰ ਕਈ ਜਿਹੜੇ ਯਾਰ ਦੋਸਤ ਸੀ ਉਹਨਾਂ ਦੇ ਬੀਪੀ ਥਾਇਰਾਇਡ ਦੀਆਂ ਗੋਲੀਆਂ ਹੁਣ ਬੰਦ ਕਰਵਾ ਚੁੱਕਿਆ ਸਰ ਤੋਂ ਹੀ ਗਿਆਨ ਲੈ ਕੇ। ਹਾਂਜੀ ਠੀਕ ਹੈ ਜੀ। ਹਾਂਜੀ, ਮਤਲਬ ਆਲੇ ਦੁਆਲੇ ਦੇ ਵਿੱਚ ਆਲੇ ਦੁਆਲੇ ਵੀ ਰਿਲੇਸ਼ਨ ਦੇ ਵਿੱਚ ਜਾਂ ਹਾਂਜੀ, ਪਰਿਵਾਰਕ ਮੈਂਬਰਾਂ ਦਾ ਜਿਹੜਾ ਜੋ ਵੀ ਇਲਾਜ ਆ ਉਹ ਹਾਂਜੀ, ਘਰੇਲੂ ਤਰੀਕੇ ਨਾਲ ਹਾਂਜੀ, ਤੁਸੀਂ ਕਰਵਾ ਰਹੇ ਹੋ। ਹਾਂਜੀ ਹਾਂਜੀ, ਘਰੇਲੂ ਤਰੀਕੇ ਨਾਲ ਉਹਦਾ ਇਹਦੇ ਇਲਾਜ ਕਰਾ ਰਿਜ਼ਲਟ ਰਹੇ। ਕਿੱਦਾਂ ਰਿਹਾ ਸਰ? ਰਿਜ਼ਲਟ ਸਰ ਬਹੁਤ ਅਲਟੀਮੇਟ ਹੈ ਸਰ, ਬਹੁਤ ਵਧੀਆ ਪੂਰੇ ਰਿਜ਼ਲਟ confidence ਨਾਲ ਤੁਸੀਂ ਕਹਿ ਸਕਦੇ ਹੋ ਕਿ ਇਹ ਹਾਂਜੀ ਚੀਜ਼ ਅਪਣਾ ਕੇ ਹਾਂਜੀ ਬੰਦਾ ਰੋਗ ਮੁਕਤ ਹੋ ਸਕਦਾ? ਬਿਲਕੁਲ ਰੋਗ ਮੁਕਤ ਹੋ ਸਕਦਾ ਹੈ, ਕਿਉਂਕਿ ਇਹ ਸਾਰਾ ਸਰ ਕੁਦਰਤੀ ਤਰੀਕਾ ਹੈ। ਇੱਥੇ ਸਾਨੂੰ ਕਿਸੇ ਦਵਾਈਆਂ ਗੋਲੀਆਂ ਨਾਲ ਨਹੀਂ ਜੋੜਿਆ, ਸਾਨੂੰ ਖੁਰਾਕ ਨਾਲ ਜੋੜਿਆ ਜਾਂਦਾ ਹੈ ਵੀ ਆਪਾਂ ਖੁਰਾਕ ਦੀ ਕਮੀ ਕਰਕੇ ਬਿਮਾਰ ਹੋਏ ਹਾਂ, ਜੇ ਤੁਸੀਂ ਆਹ ਖੁਰਾਕ ਖਾਓਗੇ ਤਾਂ ਤੁਸੀਂ ਤੰਦਰੁਸਤ ਹੈ। ਠੀਕ ਹੈ ਜੀ। ਹਾਂਜੀ ਸਰ। ਤੇ ਪੁੰਨ ਦੇ ਨਾਲ ਫਲੀਆਂ? ਹਾਂਜੀ ਹਾਂਜੀ, ਫਲੀਆਂ ਬਾਰੇ ਦੱਸ ਦਿਓ ਜੀ ਥੋੜਾ। ਫਲੀਆਂ ਇਦਾਂ ਸਰ, ਜਦੋਂ ਮੈਂ ਵੈਸੇ ਆਈਸੀਆਈ ਬੈਂਕ 'ਚ ਜੌਬ ਕਰਦਾ ਸੀ ਔਰ ਲਾਸਟ ਟਾਈਮ ਮੈਂ ਰਿਜ਼ਾਈਨ ਪੈ ਰਿਹਾ ਕਿਉਂਕਿ ਹੁਣ ਮੈਂ ਇੱਧਰ ਫੁੱਲ ਫਲੈਸ਼ ਆ ਗਿਆ। ਪਹਿਲਾਂ ਇੱਥੇ ਮੈਂ ਐਜ਼ ਏ ਪਾਰਟ ਟਾਈਮ ਕਰਦਾ ਸੀ। ਪਾਰਟ ਟਾਈਮ ਦੇ ਵਿੱਚ ਵੀ ਮੈਂ 20 ਤੋਂ 22 ਹਜ਼ਾਰ ਦੀ ਅਰਨਿੰਗ ਕਰ ਲੈਂਦਾ ਸੀ। ਸਰ ਅੱਜ ਕੱਲ ਫੁੱਲ ਟਾਈਮ 15 ਤੋਂ 20 ਹਜ਼ਾਰ ਮਸਾਂ ਬੁਰੇ ਹਾਲ ਆ ਜੀ। ਕਾਰਪੋਰੇਟਿਵ ਸੈਕਟਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੰਨੇ ਪੈਸੇ ਨਹੀਂ ਦਿੰਦਾ ਕੋਈ। ਜੇ ਪੈਸੇ ਕੋਈ 40-50 ਹਜ਼ਾਰ ਦਿੰਦਾ ਤੇ ਮੈਨੂੰ ਲੱਗਦਾ ਹੈ ਕਿ ਬੈਂਕ 'ਚ ਤੁਸੀਂ ਜੌਬ ਕਰਦੇ ਸੀ ਤੇ ਉੱਥੇ ਤਾਂ ਐਡੇ ਵੱਡੇ ਟਾਰਗੇਟ ਸੀ, ਨੱਕ ਅੱਗੇ ਨਿੰਬੂ ਬੰਨਿਆ ਹੁੰਦਾ ਸੀ। ਹਾਂਜੀ ਹਾਂਜੀ। ਸੋ ਤੁਸੀਂ ਕਿੱਦਾਂ ਫੀਲ ਕਰਦੇ ਹੋ ਵੀ ਇੱਕ ਸੰਸਥਾ ਦੇ ਨਾਲ ਜਿਹੜੀ ਕਿ ਪੁੰਨ ਦਾ ਕੰਮ ਵੀ ਕਰਦੀ ਆ ਤੇ ਨਾਲ ਫਲੀਆਂ ਵੀ ਦਿੰਦੀ ਆ, ਕਿੱਦਾਂ ਫੀਲ ਕਰਦੇ ਹੋ ਜੀ? ਸਰ ਬਹੁਤ ਵਧੀਆ ਫੀਲ ਕਰਦੇ। ਇੱਥੇ ਮੈਨੂੰ ਐ ਆਪਣਾ ਲੱਗਦਾ ਵੀ ਮਾਲਕੀਤੀ ਹੈ ਮੇਰੀ। ਉੱਥੇ ਮੈਂ ਜੌਬ ਕਰਦਾ ਸੀ, ਇੱਥੇ ਮੈਂ ਆਪਦੀ ਮਰਜ਼ੀ ਨਾਲ ਕੰਮ ਕਰਦਾ। ਹਾਂਜੀ, ਇੱਥੇ ਇੱਕ ਹੈ ਬੜੀ ਉੱਥੇ ਸੰਤੁਸ਼ਟੀ ਮਿਲਦੀ ਜਦੋਂ ਕਿਸੇ ਪੇਸ਼ੈਂਟ ਨੂੰ ਠੀਕ ਕਰੀਦਾ ਨਾ ਜੀ। ਉੱਥੇ ਜਾਂਦੇ ਸੀ, ਉੱਥੇ ਸਗੋਂ ਖੂਨ ਨੁੱਚੜਦਾ ਸੀ ਲੋਕਾਂ ਦਾ। ਇੱਥੇ ਜਦੋਂ ਕਿਸੇ ਪੇਸ਼ੈਂਟ ਨੂੰ ਠੀਕ ਕਰਦੇ ਆ ਤੇ ਬੜੀ ਤੰਦਰੁਸਤੀ ਮਿਲਦੀ, ਬੜੀਆਂ ਦਵਾਵਾਂ ਮਿਲਦੀਆਂ, ਉਹਦੇ ਨਾਲ ਆਪਣੇ ਆਪ 'ਚ ਵੀ ਇੱਕ ਬਹੁਤ એનર્ਜੀ ਆਉਂਦੀ ਹੈ। ਬਾਕੀ ਇਨਕਮ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਹੈ। ਸਰ ਵੱਲੋਂ ਟ੍ਰਿਪ ਵੀ ਮਿਲਦੇ ਸਾਨੂੰ, ਜਿਵੇਂ ਮੈਂ ਇੱਥੇ ਵੰਡਰਲੈਂਡ ਟ੍ਰਿਪ 2 ਵਾਰੀ ਜਾਇਆ, ਗੋਆ ਟ੍ਰਿਪ ਮੇਰਾ ਵਿਨ ਹੈ। ਨਾਲ ਦੀ ਨਾਲ ਸਾਨੂੰ ਇਹ ਚੀਜ਼ਾਂ ਵੀ ਨਾਲ ਦੀ ਨਾਲ ਮਿਲਦੀਆਂ ਸਰ। ਮਤਲਬ ਜੀਵਨ ਦੇ ਵਿੱਚ ਪੂਰਾ ਰੰਗ ਆ। ਹਾਂਜੀ ਹਾਂਜੀ, ਬਹੁਤ ਆਨੰਦ ਲੈ ਰਹੇ ਹੋ? ਹਾਂਜੀ ਹਾਂਜੀ ਸਰ, ਬਹੁਤ। ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਮੈਨੂੰ ਲੱਗਦਾ ਕਿ ਤੁਸੀਂ ਕਿਤੇ ਜਾ ਰਹੇ ਸੀ ਤਾਂ ਮੈਂ ਤੁਹਾਨੂੰ ਐ ਮਤਲਬ ਫੜ ਕੇ ਤੇ ਗੱਲਾਂ ਬਾਤਾਂ ਲਈ ਰੋਕ ਲਿਆ। ਸੋ ਮਿਹਰਬਾਨੀ ਜੀ, ਬਹੁਤ ਬਹੁਤ ਤੁਹਾਡਾ ਕੇਰੀ ਸੇ ਟੀਮ ਵੱਲੋਂ ਸ਼ੁਕਰੀਆ ਜੀ।